ਸਿੱਖ ਸੰਗਤ ਢਿਗ ਜੇ ਦੁਖ ਪਾਵੈ, ਤਉ ਪਰਲੋਕ ਮਹਿ ਕਿਮਹੁ ਬਚਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ, ਆਪ ਸੰਗਤ ਨੇ ਮਹਾਰਾਜ ਸਾਹਿਬ ਜੀਆਂ ਦੀ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਸ਼ਬਦ ਸਰਵਣ ਕੀਤੇ। ਧੰਨ ਦਸਵੇਂ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀਆਂ ਦੇ ਜੀਵਨ ਦੀ ਆਪਾਂ ਕਥਾ ਸਰਵਣ ਕਰ ਰਹੇ ਹਾਂ। ਪਿਛਲੇ ਦੀਵਾਨ ਦੇ ਵਿੱਚ ਆਪਾਂ ਇਹ ਬਚਨ ਸਰਵਣ ਕੀਤੇ ਸਨ ਕਿ ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੇ ਵਿਆਹ ਦੇ ਵਿੱਚ ਬੇਅੰਤ ਸੰਗਤਾਂ ਦੂਰੋਂ ਦਰਾਡਿਓਂ ਪਹੁੰਚੀਆਂ। ਬੇਅੰਤ ਬਾਣੀਏ ਜਿਹੜੇ ਨੇ ਦੁਕਾਨਦਾਰ ਵਪਾਰੀ, ਉਹਨਾਂ ਨੇ ਵੀ ਬਹੁਤ ਭਾਰੀ ਲਾਭ ਖੱਟਿਆ ਹੈ। ਇਹਨਾਂ ਵਪਾਰੀਆਂ ਦੇ ਵਿੱਚੋਂ ਇੱਕ ਵਪਾਰੀ ਦਾ ਧਨ ਜਿਹੜਾ ਹੈ ਉਹ ਚੋਰ ਚੁਰਾ ਕੇ ਲੈ ਗਿਆ। ਮਹਾਰਾਜ ਦੀ ਸ਼ਰਨ ਵਿੱਚ ਆਇਆ, ਕਹਿਣ ਲੱਗਾ ਮਹਾਰਾਜ 500 ਰੁਪਈਆ ਮੈਂ ਘਰੋਂ ਲੈ ਕੇ ਆਇਆ ਸੀ ਵਪਾਰ ਕਰਨ ਵਾਸਤੇ, 200 ਰੁਪਈਏ ਦਾ ਮੈਨੂੰ ਲਾਭ ਹੋਇਆ, ਕੁੱਲ ਮਾਇਆ 700 ਰੁਪਈਆ ਹੈ। ਮਹਾਰਾਜ ਉਹ ਧਨ ਦੀ ਥੈਲੀ ਕੋਈ ਚੋਰ ਚੁਰਾ ਕੇ ਲੈ ਗਿਆ। ਪਾਤਸ਼ਾਹ ਜੀ ਜਾਂ ਤੇ ਆਪ ਦੀ ਮਿਹਰ ਕਰੋ ਧਨ ਮੈਨੂੰ ਪ੍ਰਾਪਤ ਹੋ ਜਾਵੇ, ਨਹੀਂ ਤੇ ਮੈਂ ਆਪਣਾ ਸਰੀਰ ਇੱਥੇ ਹੀ ਤਿਆਗ ਦਿਆਂਗਾ, ਇੱਥੇ ਹੀ ਛੱਡ ਦਿਆਂਗਾ, ਮੈਂ ਆਪਣੇ ਘਰ ਵਾਪਸ ਇਸ ਤਰ੍ਹਾਂ ਨਹੀਂ ਜਾਵਾਂਗਾ। ਮਹਾਰਾਜ ਮੈਂ ਤੁਹਾਡੇ ਕਹਿਣ 'ਤੇ, ਤੁਹਾਡੇ ਸੱਦੇ ਦੇ ਉੱਪਰ ਤੁਸੀਂ ਹੁਕਮਨਾਮੇ ਭੇਜੇ ਤੇ ਮੈਂ ਤਾਂ ਚੱਲ ਕੇ ਆਇਆ, ਹੁਣ ਆਪ ਜੀ ਮੇਰੇ 'ਤੇ ਰਹਿਮਤ ਕਰੋ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਇਸ ਵਪਾਰੀ ਬਾਣੀਏ ਦੇ ਬਚਨ ਸੁਣੇ ਤੇ ਮਹਾਰਾਜ ਸੋਚਦੇ ਪਏ, ਕਹਿਣ ਲੱਗੇ ਵੀ ਗੱਲ ਤਾਂ ਵਾਕਿਆ ਹੀ ਠੀਕ ਹੈ। ਇੱਕ ਤਾਂ ਸਾਡੇ ਬੁਲਾਉਣ ਕਰਕੇ ਆਇਆ, ਦੂਜੀ ਗੱਲ ਇਹ ਹੈ ਕਿ ਇਹ ਜਿਹੜਾ ਧਨ ਹੈ ਇਸ ਦਾ ਗਵਾਚ ਗਿਆ ਹੈ, ਇਹ ਵੀ ਇਸ ਨੂੰ ਮਿਲਣਾ ਚਾਹੀਦਾ। ਗੁਰੂ ਦੀ ਸ਼ਰਨ ਵਿੱਚ ਆ ਕੇ ਤੇ ਲੋਕ ਪਰਲੋਕ ਦਾ ਸੁੱਖ ਮਿਲਦਾ ਹੈ, ਇਹ ਵਿਚਾਰਾ ਇਸ ਲੋਕ ਵਿੱਚ ਹੀ ਦੁਖੀ ਹੋ ਗਿਆ। ਐਸੀਆਂ ਕਈ ਗੱਲਾਂ ਮਹਾਰਾਜ ਨੇ ਵਿਚਾਰੀਆਂ। ਵਿਚਾਰ ਕੇ ਮਹਾਰਾਜ ਕਹਿਣ ਲੱਗੇ, ਐ ਦੁਕਾਨਦਾਰ, ਐ ਸੌਦਾਗਰ, ਤੂੰ ਚਿੰਤਾ ਨਾ ਕਰ, ਫਿਕਰ ਨਾ ਕਰ। ਸੋ ਅਸੀਂ ਇਹ ਜਿਹੜਾ ਧਨ ਹੈ ਇਹ ਤੈਨੂੰ ਪ੍ਰਾਪਤ ਕਰਵਾ ਦਿਆਂਗੇ। ਇਹ ਬਚਨ ਪ੍ਰਸੰਗ ਆਪਾਂ ਕੱਲ੍ਹ ਸਰਵਣ ਕਰਿਆ ਹੈ। ਮਹਾਰਾਜ ਅੱਜ ਕੀ ਕੌਤਕ ਕਰਨਗੇ, ਕਿਵੇਂ ਇਸ ਬਾਣੀਏ ਨੂੰ ਉਹ ਧਨ ਲੱਭਦਾ, ਇਹ ਬਚਨ ਆਪਾਂ ਸਰਵਣ ਕਰਨ ਜਾ ਰਹੇ ਹਾਂ। ਆਓ ਆਪਣੇ ਮਨ ਦੇ ਧਿਆਨ ਨੂੰ ਟਿਕਾਈਏ, ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇਤਿਆਦਕ ਸਤਿਗੁਰੂ ਵਿਚਾਰਾ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਗੁਰੂ ਗੋਬਿੰਦ ਸਿੰਘ ਜੀਆਂ ਨੇ ਕਈ ਗੱਲਾਂ ਦੀ ਵਿਚਾਰ ਕੀਤੀ ਹੈ ਵੀ ਇੱਕ ਤੇ ਸਾਡੇ ਵਾਸਤੇ ਆਇਆ, ਦੂਜੀ ਗੱਲ ਇਹ ਹੈ ਵੀ ਬਾਕੀ ਸਾਰੇ ਬਾਣੀਏ ਧਨ ਕਮਾ ਕੇ ਕਮਾਈ ਕਰਕੇ ਗਏ, ਇਹ ਵਿਚਾਰਾ ਖਾਲੀ ਰਹਿ ਗਿਆ। ਤੀਜੀ ਗੱਲ ਇਹ ਹੈ ਵੀ ਗੁਰੂ ਦੇ ਦਰਸ਼ਨਾਂ ਦਾ ਸੁੱਖ ਤੇ ਲੋਕ ਪਰਲੋਕ ਦਾ ਮਿਲਦਾ, ਇਹਨੂੰ ਇਸ ਲੋਕ ਵਿੱਚ ਹੀ ਦੁੱਖ ਪ੍ਰਾਪਤ ਹੋ ਗਿਆ। ਤੇ ਚੌਥਾ ਬਚਨ ਇਹ ਹੈ ਵੀ ਇਹਦਾ ਆਉਣਾ ਨਿਸਫਲ ਜਾਏਗਾ, ਇਹ ਸੰਕਟ ਲਹੇਗਾ। ਇਹ ਕਈ ਗੱਲਾਂ ਮਹਾਰਾਜ ਨੇ ਉਸ ਵੇਲੇ ਵਿਚਾਰੀਆਂ ਇਸ ਬਾਣੀਏ ਦੀ ਫਰਿਆਦ ਸੁਣ ਕੇ। ਤੇ ਉਸ ਵੇਲੇ ਮਹਾਰਾਜ ਸਾਹਿਬ ਜੀਆਂ ਨੇ ਸੁਨਤ ਸਭਨ ਕੇ ਊਚ ਉਚਾਰ। ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀਆਂ ਨੇ ਫਿਰ ਉੱਚੀ ਆਵਾਜ਼ ਦੇ ਵਿੱਚ ਸਾਰਿਆਂ ਨੂੰ ਸੁਣਾ ਕੇ, ਜਿੰਨੀ ਸੰਗਤ ਬੈਠੀ ਨਾ ਗੁਰਮੁਖੋ ਦਰਬਾਰ ਦੇ ਵਿੱਚ ਮਹਾਰਾਜ ਜੀਆਂ ਦੇ, ਸਤਿਗੁਰਾਂ ਨੇ ਉੱਚੀ ਆਵਾਜ਼ ਦੇ ਵਿੱਚ, ਬੜੀ ਗਰਜਵੀਂ ਆਵਾਜ਼ ਦੇ ਵਿੱਚ ਮਹਾਰਾਜ ਨੇ ਸੁਣਾ ਕੇ ਉਸ ਵੇਲੇ ਆਖਿਆ ਹੈ, ਮਤ ਰੁਦਨੋ ਰੇ ਬਨਕ ਸਿਆਣੇ। ਮਹਾਰਾਜ ਕਹਿਣ ਲੱਗੇ, ਉਹ ਸਿਆਣੇ ਬਾਣੀਏ ਕਿਉਂ ਰੋਂਦਾ ਪਿਆ? ਇਹ ਰੋਣਾ ਧੋਣਾ ਇਹ ਮਰਦਾਂ ਨੂੰ, ਗੁਰਮੁਖਾਂ ਨੂੰ ਸ਼ੋਭਾ ਨਹੀਂ ਦਿੰਦਾ। ਕਿਉਂ ਰੋਂਦਾ ਪਿਆ? 700 ਰੁਪਈਆ ਧਨ ਚਲਾ ਗਿਆ ਤੇ ਰੋਣ ਲੱਗ ਪਿਆ। ਗੁਰੂ ਦਰਬਾਰ ਵਿੱਚ ਆ ਕੇ ਰੋਈਦਾ ਨਹੀਂ ਹੈ, ਕਿਉਂ ਰੋਂਦਾ ਪਿਆ? ਹੌਸਲਾ ਕਰ, ਥੋੜ੍ਹਾ ਜਿਹਾ ਆਪਣੇ ਮਾਣ ਸਨਮਾਨ ਨੂੰ ਟਿਕਾ ਕੇ ਰੱਖ, ਹੌਸਲਾ ਰੱਖ, ਰੋ ਨਾ, ਇਹ ਤੈਨੂੰ ਕੁਝ ਨਹੀਂ ਹੋਵੇਗਾ। ਐਸੇ ਬਚਨ ਆਖਦੇ ਹਨ। ਹੋਰ ਦਰ ਕੋ ਦੇਹ ਨਾ ਜਾਣੇ। ਸਤਿਗੁਰੂ ਪਾਤਸ਼ਾਹ ਕਹਿੰਦੇ ਤੈਨੂੰ ਬਚਨ ਦਿੱਤਾ, ਤੇਰਾ ਧਨ ਅਸੀਂ ਕਿਤੇ ਜਾਣ ਨਹੀਂ ਦੇਵਾਂਗੇ। ਚੋਰ ਭਾਵੇਂ ਕਿੰਨਾ ਵੀ ਚਲਾਕ ਹੈ, ਕਿੰਨਾ ਵੀ ਸ਼ਾਤਰ ਹੈ, ਕਿੰਨੇ ਵੀ ਉਸਨੇ ਦਾ ਪੇਚ ਲਾਏ ਹੋਣਗੇ ਤੇਰਾ ਧਨ ਚੁਰਾਉਣ ਵਾਸਤੇ, ਕਿਤੇ ਅੱਗੇ ਪਹੁੰਚਾਉਣ ਵਾਸਤੇ, ਜਿੰਨਾ ਮਰਜ਼ੀ ਯਤਨ ਕਰ ਲਵੇ
ਪਰ ਤੇਰੀ ਮਾਇਆ ਅਸੀਂ ਕਿਤੇ ਜਾਣ ਨਹੀਂ ਦੇਵਾਂਗੇ। ਇਹ ਤੇਰੇ ਨਾਲ ਅਸੀਂ ਬਚਨ ਕਰਦੇ ਹਾਂ, ਤੇਰੀ ਮਾਇਆ ਲੈ ਕੇ ਚੋਰ ਕਿਤੇ ਜਾ ਨਹੀਂ ਸਕੇਗਾ। ਇਹ ਸਾਡੇ ਬਚਨਾਂ ਤੇ ਭਰੋਸਾ ਰੱਖ। ਸਿੱਖ ਸੰਗਤ ਟਿਕ ਜੇ ਦੁਖ ਪਾਵੇ। ਮਹਾਰਾਜ ਕਹਿਣ ਲੱਗੇ ਜਿਹੜਾ ਕੋਈ ਵਿਅਕਤੀ ਸੰਗਤ ਵਿੱਚ ਆ ਕੇ ਜਾਂ ਸਾਡਾ ਕੋਈ ਸਿੱਖ ਜਿਸ ਵੇਲੇ ਦੁੱਖ ਸੰਕਟ ਪਾਉਂਦਾ ਹੈ ਤੋ ਪਰਲੋਕ ਮੈਂ ਕਿਮੋਂ ਬਚਾਵੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਹ ਬਾਣੀਆਂ ਜੇ ਸਾਡੀ ਸ਼ਰਨ ਵਿੱਚ ਆ ਕੇ ਤੂੰ ਦੁਖੀ ਹੋ ਕੇ ਇੱਥੋਂ ਜਾਵੇਂ, ਤੇਰੀ ਅਸੀਂ ਮਦਦ ਨਾ ਕਰ ਪਾਈਏ ਤੇ ਅਸੀਂ ਆਪਣੇ ਸਿੱਖਾਂ ਦੀ ਪਰਲੋਕ ਵਿੱਚ ਕਿਵੇਂ ਮਦਦ ਕਰਾਂਗੇ। ਫਿਰ ਤੇ ਸੰਗਤਾਂ ਦੇ ਮਨ ਵਿੱਚ ਇਹ ਸੰਸਾ ਪੈਦਾ ਹੋ ਜਾਣਾ ਨਾ ਵੀ ਮਹਾਰਾਜ ਤੇ ਇੱਥੇ ਨਹੀਂ ਕੋਈ ਕਰ ਸਕੇ ਤੇ ਪਰਲੋਕ ਵਿੱਚ ਕਿੱਥੋਂ ਕਰਨਗੇ। ਜੇ ਭਾਈ ਤੇਰੀ ਮਦਦ ਨਾ ਅਸੀਂ ਕਰ ਪਾਏ ਤੇ ਫਿਰ ਅਸੀਂ ਪਰਲੋਕ ਦੇ ਵਿੱਚ ਆਪਣੇ ਸਿੱਖਾਂ ਦੀ ਕਿਵੇਂ ਮਦਦ ਕਰਾਂਗੇ। ਸਾਡਾ ਤੇ ਬਚਨ ਇਹ ਆ ਵੀ ਲੋਕ ਪਰਲੋਕ ਦੇ ਸਤਿਗੁਰੂ ਰੱਖਿਆ ਕਨੇ, ਪਰ ਜੇ ਐਸ ਲੋਕ ਵਿੱਚ ਹੀ ਮਦਦ ਨਾ ਹੋਈ ਤੇ ਪਰਲੋਕ ਵਿੱਚ ਕਿਵੇਂ ਹੋ ਸਕਦੀ ਹੈ। ਦੇਨ ਆਨੰਦ ਕੇ ਹੇਤ ਹਕਾਰੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਅਸੀਂ ਅਨੰਦਪੁਰ ਸਾਹਿਬ ਦੇ ਵਿੱਚ ਤੁਹਾਨੂੰ ਆਨੰਦ ਦੇਣ ਵਾਸਤੇ ਬੁਲਾਇਆ ਸੀ। ਕਿਉਂ ਬੁਲਾਇਆ ਅਨੰਦਪੁਰ ਸਾਹਿਬ ਦੇ ਵਿੱਚ? ਅਸੀਂ ਆਪਣੇ ਵਿਆਹ ਕਾਰਜਾਂ ਵਿੱਚ ਤੁਹਾਨੂੰ ਤਾਂ ਸ਼ਾਮਲ ਕੀਤਾ ਹੈ ਤੁਹਾਨੂੰ ਆਨੰਦ ਦੇਣ ਵਾਸਤੇ ਕਿ ਤੁਸੀਂ ਖੁਸ਼ੀ ਖੁਸ਼ੀ ਆਓ, ਇਥੋਂ ਕਮਾਈਆਂ ਕਰਕੇ ਖੁਸ਼ੀ ਖੁਸ਼ੀ ਜਾਓ, ਨਾਲੇ ਗੁਰੂ ਦੇ ਦਰਸ਼ਨ ਕਰੋ, ਨਾਲੇ ਸੰਗਤਾਂ ਦੇ ਦਰਸ਼ਨ ਕਰੋ। ਅਸੀਂ ਤੇ ਤੁਹਾਨੂੰ ਆਨੰਦ ਦੇਣ ਵਾਸਤੇ ਇੱਥੇ ਬੁਲਾਇਆ, ਪਰ ਜੇ ਤੂੰ ਦੁਖੀ ਹੋ ਗਿਆ ਤੇ ਫਿਰ ਆਉਣ ਦਾ ਲਾਭ ਤੇ ਕੋਈ ਨਹੀਂ ਹੋਇਆ ਹੈ। ਜੇ ਘਰ ਪਹੁੰਚੋ ਹੋ ਦੁਖਾਰੇ। ਮਹਾਰਾਜ ਕਹਿਣ ਲੱਗੇ ਜੇ ਹੁਣ ਤੂੰ ਆਪਣੇ ਘਰ ਪਹੁੰਚੇ ਤੈਨੂੰ ਧਨ ਨਾ ਮਿਲੇ 700 ਰੁਪਈਆ ਤੇ ਤੂੰ ਦੁਖੀ ਹੋ ਕੇ ਮਨ ਉਦਾਸ ਹੋ ਜਾਣਾ, ਚਿਹਰਾ ਤੇਰਾ ਕਮਲਾ ਜਾਣਾ। ਜੇ ਤੂੰ ਦੁਖੀ ਹੋ ਕੇ ਆਪਣੇ ਘਰੇ ਚਲਾ ਗਿਆ ਵੀ ਮੈਂ ਤੇ ਲਾਭ ਲੈਣ ਗਿਆ ਤੇ ਘਾਟਾ ਪਾ ਕੇ ਆ ਗਿਆ, ਜੇ ਤੂੰ ਦੁਖੀ ਹੋ ਕੇ ਜਾਏਗਾ ਤੇ ਤੋ ਗੁਰ ਦਰਸ਼ਨ ਫਲ ਕਿਆ ਭਇਓ। ਮਹਾਰਾਜ ਕਹਿੰਦੇ ਫਿਰ ਗੁਰੂ ਦੇ ਦਰਸ਼ਨ ਦਾ ਕੀ ਫਲ ਹੋ ਗਿਆ, ਕੀ ਫਲ ਮਿਲਿਆ। ਤੂੰ ਆਇਆ ਤੇ ਘਰੋਂ ਖੁਸ਼ੀ ਦੇ ਨਾਲ ਸੀ 500 ਰੁਪਈਆ ਲੈ ਕੇ ਮਹਾਰਾਜ ਦੇ ਵਿਆਹ ਵਿੱਚ ਸ਼ਾਮਲ ਹੋਇਆ, ਇੱਥੋਂ ਕਮਾਈ ਕਰਾਂਗਾ, ਘਰੋਂ ਖੁਸ਼ੀ ਖੁਸ਼ੀ ਆਇਆ। ਜੇ ਇੱਥੋਂ ਉਦਾਸ ਚਲਾ ਗਿਆ ਤੇ ਫਿਰ ਦਰਸ਼ਨਾਂ ਦਾ ਲਾਭ ਹੀ ਕੀ ਹੋਇਆ, ਦਰਸ਼ਨਾਂ ਦਾ ਫਾਇਦਾ ਕੀ ਹੋਇਆ। ਮਹਾਰਾਜ ਕਹਿਣ ਲੱਗੇ ਅਸੀਂ ਇਸ ਤਰ੍ਹਾਂ ਨਹੀਂ ਹੋਣ ਦੇਵਾਂਗੇ। ਜੇ ਨਾ ਹਰਕ ਕਰ ਨਿਜ ਘਰ ਗਏ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜੇ ਤੂੰ ਖੁਸ਼ੀ ਖੁਸ਼ੀ ਆਪਣੇ ਘਰ ਨਾ ਗਿਆ, ਉਦਾਸ ਗਿਆ, ਮਨ ਨੂੰ ਬੜਾ ਉਸ ਵੇਲੇ ਉਦਾਸੀ ਵਿੱਚ ਲੈ ਕੇ ਚਿੰਤਾ ਵਿੱਚ ਲੈ ਕੇ ਘਰ ਗਿਆ ਤੇ ਪਾਤਸ਼ਾਹ ਕਹਿਣ ਲੱਗੇ ਇੱਕ ਦਿਸ਼ ਖਰੇ ਸਿਪਾਹੀ ਹੇਰੇ। ਪਾਤਸ਼ਾਹ ਕਹਿਣ ਲੱਗੇ ਫਿਰ ਕੀ ਫਲ ਹੈ ਸਾਡੇ ਦਰਸ਼ਨਾਂ ਦਾ, ਕੋਈ ਫਲ ਤੇ ਨਾ ਹੋਇਆ। ਆਇਆ ਖੁਸ਼ ਘਰੋਂ ਮਾਇਆ ਲੈ ਕੇ ਵੀ ਮਹਾਰਾਜ ਦਾ ਵਿਆਹ ਵੇਖਣਾ ਤੇ ਨਾਲੇ ਕਮਾਈ ਕਰਾਂਗਾ, ਹੁਣ ਇੱਥੋਂ ਕਮਾਈ ਵੀ ਚਲੇ ਗਈ ਹੈ, ਵਿਆਹ ਵੀ ਲੰਘ ਗਿਆ, ਹੁਣ ਤੂੰ ਉਦਾਸ ਘਰੇ ਜਾਵੇਂਗਾ ਤੇ ਸਾਡੇ ਦਰਸ਼ਨਾਂ ਦਾ ਫਲ ਕੀ ਹੋਇਆ। ਇਹਨਾਂ ਬਚਨ ਕਹਿ ਕੇ ਮਹਾਰਾਜ ਨੇ ਆਪਣੇ ਸੱਜੇ ਪਾਸੇ ਵੇਖਿਆ, ਸੱਜੇ ਪਾਸੇ ਪਾਤਸ਼ਾਹ ਜੀਆਂ ਦੇ ਤਿਆਰ ਬਰ ਤਿਆਰ ਗੁਰੂ ਖਾਲਸਾ ਖਲੋਤਾ ਹੋਇਆ। ਮਹਾਰਾਜ ਦੀ ਫੌਜ ਜਿਹੜੀ ਹੈ ਨਾ, ਗੁਰੂ ਕੇ ਸੂਰਮੇ ਸ਼ਸਤਰ ਪਹਿਨ ਕੇ ਬੜੇ ਤਿਆਰ ਬਰ ਤਿਆਰ ਖਲੋਤੇ ਹੋਏ ਮਹਾਰਾਜ ਨੇ ਆਪਣੇ ਸੂਰਮਿਆਂ ਦੇ ਵੱਲ ਵੇਖਿਆ ਹੈ। ਸਭ ਕੇ ਸੁਨਤ ਕਹਿਓ ਤੇ ਸਵੇਰੇ। ਸਤਿਗੁਰਾਂ ਨੇ ਆਪਣੇ ਸੂਰਮਿਆਂ ਦੇ ਵੱਲ ਵੇਖ ਕੇ ਨਾ ਜਿਹੜੇ ਖਲੋਤੇ ਹੋਏ ਭਾਈ ਸੰਗੋ ਸ਼ਾਹ ਵਰਗੇ ਸ਼ਸਤਰ ਪਹਿਨ ਕੇ ਮਹਾਰਾਜ ਨੇ ਵੇਖਿਆ, ਉਹਨਾਂ ਦੇ ਨਾਲ ਉੱਚੀ ਸਾਰੀ ਆਵਾਜ਼ ਵਿੱਚ ਸੁਣਾ ਕੇ ਸਾਰੀ ਸੰਗਤ ਨੂੰ ਆਪਣੇ ਸਿੱਖਾਂ ਨੂੰ ਮਹਾਰਾਜ ਕਹਿਣ ਲੱਗੇ ਹਨ ਅਮੁਕ ਸਦਨ ਹੈ ਤਸਕਰ ਕੀਰਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਫਲਾਣਾ ਘਰ ਦੇ ਚੋਰ ਦਾ ਮਹਾਰਾਜ ਨੇ ਘਰ ਦਾ ਅਤਾ ਪਤਾ ਪੂਰਾ ਦੱਸ ਦਿੱਤਾ। ਕਹਿਣ ਲੱਗੇ ਜਿਸ ਚੋਰ ਨੇ ਧਨ ਚੁਰਾਇਆ ਹੈ ਨਾ ਫਲਾਣੀ ਗਲੀ ਦੇ ਵਿੱਚ ਫਲਾਣਾ ਘਰ ਦੇ, ਆਪਣੇ ਸਿੱਖਾਂ ਨੂੰ ਸੂਰਮਿਆਂ ਨੂੰ ਆਖਿਆ, ਕਹਿਣ ਲੱਗੇ ਜਾਓ ਉਹ ਜਿੰਨਾ ਵੀ ਘਰ ਦਾ ਕੋਈ ਨੰਬਰ ਸੀ ਨਾ, ਕੋਈ ਉਹਦਾ ਐਡਰੈਸ ਜੋ ਵੀ ਅਤਾ ਪਤਾ ਸਤਿਗੁਰਾਂ ਨੇ ਝੱਟ ਹੀ ਦੱਸਿਆ। ਕਹਿਣ ਲੱਗੇ ਜਾਓ ਭਾਈ ਫਲਾਣੇ ਘਰ ਦੇ ਵਿੱਚ ਜਾਣਾ ਕਰੋ। ਹਾਥੀ ਧਰੀ ਜਾਏ ਲਿਓ ਹੇਰਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਹਨੇ ਘਰ ਵਿੱਚ ਥੈਲੀ ਉਸੇ ਤਰ੍ਹਾਂ ਹੀ ਰੱਖੀ ਹੋਈ ਹੈ, ਧਨ ਦੀ ਥੈਲੀ 700 ਰੁਪਈਆ ਉਹਦੇ ਵਿੱਚ ਹੀ ਹੈ, ਔਰ ਥੈਲੀ ਜਿਹੜੀ ਹੈ ਉਸਨੇ ਆਪਣੇ ਘਰ ਵਿੱਚ ਉਸੇ ਤਰ੍ਹਾਂ ਰੱਖੀ ਹੋਈ ਹੈ। ਦੱਖਣ ਦੇਸ਼ ਦੀਵਾਰ ਮੈਂ ਤਾਕੀ। ਜਦੋਂ ਸਿਪਾਹੀ ਚੱਲਣ ਲੱਗੇ ਨਾ ਤੇ ਇੱਕ ਸਿਪਾਹੀ ਨੇ ਪੁੱਛ ਹੀ ਲਿਆ ਮਹਾਰਾਜ ਜੇ ਤੁਹਾਨੂੰ ਇਹ ਪਤਾ ਹੈ ਵੀ ਫਲਾਣੇ ਘਰ ਵਿੱਚ ਮਾਇਆ ਪਈ ਹੈ, ਅਸੀਂ ਸਾਰਾ ਘਰ ਲੱਭਦੇ ਰਵਾਂਗੇ, ਤੁਸੀਂ ਇਹ ਦੱਸ ਦਿਓ ਵੀ ਪਈ ਕਿੱਥੇ ਹੈ, ਸਿੱਧਾ ਜਾ ਕੇ ਹਾਥੀ ਉੱਥੇ ਮਾਰੀਏ, ਸਾਨੂੰ ਉੱਥੋਂ ਹੀ ਪ੍ਰਾਪਤ ਹੋ ਜਾਵੇ, ਇਹ ਮਸ਼ੱਕਤ ਕਰਨੀ ਨਾ ਪਵੇ। ਜਦੋਂ ਇੱਕ ਸਿੱਖ ਨੇ ਪੁੱਛਿਆ ਮਹਾਰਾਜ ਕਹਿਣ ਲੱਗੇ ਉਸ ਦੇ ਘਰ ਦਾ ਜਿਹੜਾ ਘਰ ਬਣਿਆ ਹੋਇਆ ਉਹਦੇ ਦੱਖਣ ਦਿਸ਼ਾ ਦੀ ਜਿਹੜੀ ਦੀਵਾਰ ਹੈ, 4 ਦੀਵਾਰਾਂ ਹੁੰਦੀਆਂ ਨਾ ਘਰ ਦੇ ਕੋਠੇ ਦੀਆਂ, ਤੇ ਜਿਹੜੀ ਦੀਵਾਰ ਦੱਖਣ ਵਾਲੇ ਪਾਸੇ ਹੋਵੇਗੀ ਨਾ ਉਹਦੇ ਵਿੱਚ ਮਹਾਰਾਜ ਕਹਿੰਦੇ ਇੱਕ ਅਲਮਾਰੀ ਬਣੀ ਹੋਈ ਹੈ।
ਸੋ ਉਸ ਅਲਮਾਰੀ ਦੇ ਵਿੱਚ ਜਾ ਕੇ और चक जाए निकासो बाकी। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਵੀ ਅਚਾਨਕ ਹੀ ਜਾ ਕੇ ਛਾਪਾ ਮਾਰੋ, ਦੱਸ ਕੇ ਨਹੀਂ ਜਾਣਾ ਵੀ ਅਸੀਂ ਚੱਲੇ ਆ, ਸਾਨੂੰ ਪਤਾ ਲੱਗ ਗਿਆ ਵੀ ਫਲਾਣੇ ਘਰ ਵਿੱਚ ਫਲਾਣੀ ਥਾਂ ਤੇ ਮਾਇਆ ਪਈ ਹੈ, ਦੱਸ ਕੇ ਨਾ ਜਾਇਓ। ਦੱਸ ਕੇ ਜਾਓਗੇ ਤੇ ਅਗਲਾ ਸਾਵਧਾਨ ਹੋਵੇਗਾ ਨਾ। ਅਚਾਨਕ ਜਾ ਕੇ ਛਾਪਾ ਮਾਰੋ ਤੇ ਕਹਿਣ ਲੱਗੇ ਫਿਰ ਉਹ ਤੁਹਾਨੂੰ ਪ੍ਰਾਪਤ ਹੋਵੇਗਾ। ਅਚਾਨਕ ਛਾਪਾ ਮਾਰ ਕੇ ਉਸ ਤੁਹਾਨੂੰ ਲੈਣਾ ਕਰੋ। देहो मुश्कें गह तरजो ਤੇ ताही। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਵੀ ਉਸ ਦੀਆਂ ਮੁਸ਼ਕਾਂ ਲਿਓ, ਬੰਨ ਚੋਰ ਨੂੰ ਸੁੱਕਾ ਨਹੀਂ ਛੱਡਣਾ ਹੈ। ਇਹ ਨਹੀਂ ਵੀ ਧਨ ਲੈ ਕੇ ਆ ਜਾਓ ਤੇ ਚੋਰ ਨੂੰ ਆਖੋ ਹੀ ਕੁਝ ਨਾ, ਉਹਦੀਆਂ ਮੁਸ਼ਕਾਂ ਬੰਨ ਲੈਣੀਆਂ, ਹੱਥ ਪੈਰ ਚੰਗੀ ਤਰ੍ਹਾਂ ਬੰਨ ਕੇ ਨੂੜ ਕੇ ਉਸ ਨੂੰ ਫਿਰ ਚੰਗੀ ਸਜ਼ਾ ਵੀ ਦੇਣੀ ले कर चल आबो हम पाही। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਦੋਵੇਂ ਚੀਜ਼ਾਂ ਹੀ ਲੈ ਆਓ। ਜਿੱਥੇ ਉਹ 700 ਰੁਪਈਆ ਪਿਆ, ਘਰ ਦੀ ਜਿਹੜੀ ਦੱਖਣ ਦਿਸ਼ਾ ਦੀ ਕੰਧ ਹੈ ਉਹਦੇ ਵਿੱਚ ਅਲਮਾਰੀ ਵਿੱਚ ਉਹ ਪਈ ਹੋਈ ਥੈਲੀ, ਉਹ ਧਨ ਵੀ ਲੈ ਆਓ। ਤੇ ਜਿਹੜਾ ਉੱਥੇ ਚੋਰ ਬੈਠਾ ਨਾ ਧਨ ਰੱਖ ਕੇ ਉਹਨੂੰ ਵੀ ਬੰਨ ਕੇ ਚੰਗੀ ਤਰ੍ਹਾਂ, ਤੇ ਦੋਨੇ ਚੀਜ਼ਾਂ ਸਾਡੇ ਕੋਲ ਲੈ ਕੇ ਆਉਣਾ सुन प्रभ आयस गमने ताहे। ਜਦੋਂ ਮਹਾਰਾਜ ਜੀਆਂ ਦਾ ਸੁਣਿਆ ਬਚਨ, ਪਾਤਸ਼ਾਹ ਦੇ ਸੂਰਮਿਆਂ ਨੇ ਪਹਿਲਾਂ ਹੀ ਤਿਆਰ ਖਲੋਤੇ ਹੋਏ ਵੀ ਮਹਾਰਾਜ ਹੁਕਮ ਫਰਮਾਉਣ ਤੇ ਅਸੀਂ ਕੋਈ ਨਾ ਕੋਈ ਕਾਰਵਾਈ ਪਾਈਏ। ਜਦੋਂ ਇਹਨਾਂ ਨੇ ਬਚਨ ਸੁਣਿਆ ਤੇ ਕਹਿਣ ਲੱਗੇ ਮਹਾਰਾਜ ਦੇ ਸਿਪਾਹੀ ਜਿਹੜੇ ਨੇ ਨਾ ਉਸੇ ਵੇਲੇ ਦੌੜ ਪਏ ਹਨ। 10 को टलैत पहुँचे जाए। ਮਹਾਰਾਜ ਜੀਆਂ ਨੇ 10 ਕੁ ਆਪਣੇ ਸੂਰਮੇ ਭੇਜੇ, ਬਹੁਤੇ ਨਹੀਂ ਵੀ ਇੱਕ ਚੋਰ ਫੜਨਾ, 10 ਸੂਰਮੇ ਹੀ ਬੜੇ ਨੇ। ਵੈਸੇ ਤੇ ਗੁਰੂ ਕਾ ਇੱਕ ਖਾਲਸਾ ਹੀ ਬੜਾ ਹੁੰਦਾ ਹੈ, ਪਰ ਇੱਥੇ ਮਹਾਰਾਜ ਜੀਆਂ ਨੇ 10 ਬੰਦੇ ਹੀ ਭੇਜੇ। ਕਹਿਣ ਲੱਗੇ ਜਾਓ ਭਾਈ 10 ਕੁ ਸਿਪਾਹੀ ਜਾਓ ਤੇ ਉਸ ਚੋਰ ਨੂੰ ਚੁੱਕ ਕੇ ਲਿਆਉਣਾ ਕਰੋ। और चक सदन प्रवेशन की। ਕਹਿਣ ਲੱਗੇ ਮਹਾਰਾਜ ਜੀਆਂ ਦੇ ਸੂਰਮੇ, ਜਿਹੜਾ ਮਹਾਰਾਜ ਨੇ ਘਰ ਦੱਸਿਆ ਸੀ, ਅਚਾਨਕ ਜਾ ਕੇ ਉਸ ਘਰ ਦੇ ਦਰਵਾਜ਼ੇ ਨੂੰ ਖੋਲ ਕੇ ਤੇ ਉਸ ਵੇਲੇ ਘਰ ਦੇ ਅੰਦਰ ਪ੍ਰਵੇਸ਼ ਹੋਏ ਹਨ। दक्षिण दिशा द्वार दृग कीना। ਘਰੇ ਚੋਰ ਬੈਠਾ ਹੋਇਆ ਬੜੇ ਆਰਾਮ ਦੇ ਨਾਲ ਮੰਜੇ ਦੇ ਉੱਪਰ, ਉਹਨੂੰ ਨਹੀਂ ਪਤਾ ਵੀ ਮੇਰੇ ਤੇ ਉੱਪਰ ਐਸੀ ਕਾਰਵਾਈ ਪੈਣ ਵਾਲੀ ਹੈ। ਜਦੋਂ ਮਹਾਰਾਜ ਦੇ ਸੂਰਮੇ ਘਰ ਦੇ ਅੰਦਰ ਗਏ, ਇਸ ਨੇ ਪੁੱਛਿਆ ਕੌਣ ਹੋ, ਕਿਉਂ ਆਏ ਹੋ? ਹਾਲੇ ਪੁੱਛਦਾ ਹੀ ਪਿਆ। ਮਹਾਰਾਜ ਨੇ ਦੱਸਿਆ ਸੀ ਵੀ ਘਰ ਦੇ ਅੰਦਰ ਜਾ ਕੇ ਜਿਹੜੀ ਦੱਖਣ ਦੀ ਕੰਧ ਹੈ ਉਹਦੇ ਵਿੱਚੋਂ ਜਾ ਕੇ ਧਨ ਕੱਢਣਾ। ਇਹਨਾਂ ਨੇ ਚੋਰ ਦੇ ਨਾਲ ਤੇ ਬਹੁਤੀ ਗੱਲ ਨਾ ਕੀਤੀ, ਛੇਤੀ ਨਾਲ ਉਸ ਕਮਰੇ ਦੇ ਵਿੱਚ ਚਲੇ ਗਏ ਜਿਸ ਕਮਰੇ ਦੇ ਵਿੱਚ ਇਹਦੀ ਕਾਰਵਾਈ ਪਾਉਣੀ ਹੈ। एक ताकी को खोल किवारा। ਉਸ ਵੇਲੇ ਉਹ ਤਾਕੀ, ਜਿਸ ਤਾਕੀ ਅਲਮਾਰੀ ਵਿੱਚ ਇਸ ਨੇ ਮਾਇਆ ਰੱਖੀ ਸੀ ਨਾ, ਦੱਖਣ ਦਿਸ਼ਾ ਦੀ ਕੰਧ, ਉਹਦੇ ਵਿੱਚ ਬਣੀ ਅਲਮਾਰੀ ਵਿੱਚ ਪਿਆ ਹੋਇਆ ਧਨ ਇੱਕ ਸਿੱਖ ਨੇ ਬੜੀ ਛੇਤੀ ਦੇ ਨਾਲ, ਫੁਰਤੀ ਦੇ ਨਾਲ, ਕਹਿਣ ਲੱਗੇ ਜਦੋਂ ਅਲਮਾਰੀ ਦਾ ਖੋਲਿਆ ਤਖਤਾ ਦਰਵਾਜ਼ਾ ਤੇ ਉਸ ਵੇਲੇ ਫਿਰ दर्भ तत्काल निकारा। ਉਸੇ ਤਰ੍ਹਾਂ ਹੀ ਉਹਨੇ ਬੜੀ ਸੰਭਾਲ ਕੇ ਉਹ ਰੱਖੀ ਹੋਈ ਥੈਲੀ ਧਨ ਦੀ, ਜਿਹਦੇ ਵਿੱਚ 700 ਰੁਪਈਆ, ਲੱਖਾਂ ਦੀ ਕੀਮਤ ਅੱਜ ਦੇ ਸਮੇਂ ਨਾਲ ਆਪਾਂ ਕਹਿ ਸਕਦੇ ਹਾਂ। ਉਸ ਵੇਲੇ ਇੰਨੀ ਰੁਪਈਆ, ਇੰਨੀ ਵੱਡੀ ਰਕਮ, ਇਹ ਬਹੁਤ ਵੱਡਾ ਚੋਰ ਦਾ ਹੱਥ ਕਹੀਏ ਵੀ ਲੱਗਾ ਹੈ ਇੰਨਾ ਧਨ। ਉਸਨੇ ਉਸੇ ਤਰ੍ਹਾਂ ਉਹ ਜਿਹੜੀ ਥੈਲੀ ਸੀ ਧਨ ਦੀ ਸਾਂਭ ਕੇ ਅਲਮਾਰੀ ਵਿੱਚ ਰੱਖੀ ਹੋਈ। ਗੁਰੂ ਕੇ ਸਿੱਖ ਨੇ ਖੋਲ ਕੇ ਅਲਮਾਰੀ ਤੇ ਕਹਿਣ ਲੱਗੇ ਉਹ ਧਨ ਨੂੰ ਉਸ ਵੇਲੇ ਪ੍ਰਾਪਤ ਕੀਤਾ ਹੈ। तस्कर बैठे सो कह लियो। ਤੇ ਤਸਕਰ ਬੈਠਾ ਸੀ ਬਾਹਰ, ਹਾਲੇ ਪੁੱਛਦਾ ਹੀ ਪਿਆ ਵੀ ਕੌਣ ਹੋ, ਕਿੱਥੋਂ ਆਏ ਹੋ, ਕੀ ਕਰਦੇ ਹੋ, ਮੇਰੇ ਕਮਰੇ 'ਚ ਕਿਉਂ ਵੜੇ ਹੋ, ਕਿਉਂ ਤਲਾਸ਼ੀ ਕਰਦੇ ਪਏ? ਹਾਲੇ ਉਹ ਪੁੱਛਦਾ ਹੀ ਪਿਆ ਹੈ। ਪਰ ਗੁਰੂ ਕਾ ਖਾਲਸਾ ਹੈ ਬੜਾ ਫੁਰਤੀਲਾ ਨਾ, ਚੁਸਤ ਫੁਰਤ ਮਹਾਰਾਜ ਨੇ ਖਾਲਸਾ ਇਹ ਆਪਣਾ ਬਣਾਇਆ, ਸਾਜਿਆ। ਕਹਿਣ ਲੱਗੇ ਕੋਈ ਨਹੀਂ ਭਾਈ, ਤੈਨੂੰ ਵੀ ਦੱਸਦੇ ਆ ਵੀ ਕੌਣ ਆ। ਇੱਕ ਸਿੱਖ ਨੇ ਧਨ ਦੀ ਥੈਲੀ ਫੜੀ ਤੇ ਦੂਜੇ ਨੇ ਚੋਰ ਨੂੰ ਧੌਣੋਂ ਫੜਿਆ। ਕਹਿਣ ਲੱਗੇ ਫਿਰ ਉਸ ਵੇਲੇ डेढ़ मुश्कें दे तर्जन किए। ਤੇ ਸਤਿਗੁਰੂ ਪਾਤਸ਼ਾਹ ਨੇ ਆਖਿਆ ਸੀ ਵੀ ਇਸ ਨੂੰ ਬੰਨਣਾ ਹੈ, ਮੁਸ਼ਕਾਂ ਬੰਨਣੀਆਂ, ਹੱਥ ਪੈਰ ਇਹਦੇ ਬੰਨਣੇ ਨੇ। ਮੁਸ਼ਕਾਂ ਬੰਨ ਕੇ ਉਸ ਵੇਲੇ ਚੰਗੀ ਤਰ੍ਹਾਂ ਪਕਿਆਈ ਦੇ ਨਾਲ ਤੇ ਗੁਰੂ ਕੇ ਜਿਹੜੇ ਸੂਰਮੇ ਹਨ श्री कलगीधर अंतर जामी। ਉਸ ਵੇਲੇ ਤਾੜਿਆ ਇਸ ਨੂੰ ਚੰਗੀ ਤਰ੍ਹਾਂ। ਥੋੜਾ ਇਸ ਨੂੰ ਉਸ ਵੇਲੇ ਸਜ਼ਾ ਵੀ ਦਿੱਤੀ ਹੈ, ਥੋੜਾ ਇਸ ਨੂੰ ਪ੍ਰਸ਼ਾਦ ਵੀ ਮਿਲਿਆ ਕੀਤੀ ਹੋਈ ਕਾਰਵਾਈ ਦਾ, ਕੀਤੇ ਹੋਏ ਗੁਨਾਹ ਦੀ ਸਜ਼ਾ ਵੀ ਮਿਲੀ ਹੈ। ਨਾਲ ਹੀ ਦੱਸਿਆ, ਕਹਿਣ ਲੱਗੇ ਉਹ ਚੋਰਾ ਤੈਨੂੰ ਸ਼ਰਮ ਨਹੀਂ ਆਈ? ਤੂੰ ਹੋਰਾਂ ਘਰਾਂ ਦੇ ਵਾਂਗ ਗੁਰੂ ਘਰ ਵੀ ਆ ਕੇ ਚੋਰੀ ਕੀਤੀ ਹੈ, ਤੈਨੂੰ ਇਹ ਨਹੀਂ ਪਤਾ ਵੀ ਮਹਾਰਾਜ ਅੰਤਰਜਾਮੀ ਨੇ? ਘਟ ਕੇ ਅੰਤਰ ਕੀ ਜਾਣਤ, ਉਹ ਤੇ ਹਰੇਕ ਦੇ ਹਿਰਦੇ ਮਨ ਦੀ ਜਾਣਦੇ। ਤੈਨੂੰ ਅਕਲ ਨਾ ਆਈ ਵੀ ਮੈਂ ਇਹ ਕੀ ਕਰਦਾ ਪਿਆ? ਚੰਗਾ ਤਾੜਿਆ ਉਸ ਵੇਲੇ। ਗੁਰੂ ਕਿਹਾ ਸਿੱਖਾਂ ਨੇ ਕਿ ਤੂੰ ਮਹਾਰਾਜ ਦੀ ਮਹਿਮਾ ਨੂੰ ਜਾਣਦਾ ਨਹੀਂ ਹੈ। मैं माता ना लखी गुरस्वामी। ਤੂੰ ਮਹਾਰਾਜ ਦੀ ਮਹਿਮਾ ਨਹੀਂ ਜਾਣੀ ਵੀ ਮਹਾਰਾਜ ਕਿੱਡੇ ਵੱਡੇ ਸਮਰੱਥ ਨੇ। ਗੁਰਮੁਖੋ ਇਸੇ ਤਰ੍ਹਾਂ ਧੰਨ 8ਵੇਂ ਪਾਤਸ਼ਾਹ ਮਹਾਰਾਜ ਜਦੋਂ ਗੁਰਤਾ ਗੱਦੀ ਤੇ ਬੈਠੇ ਨਾ, 5 ਸਾਲ ਦੀ ਉਮਰ ਆ ਮਹਾਰਾਜ ਸਾਹਿਬ ਜੀਆਂ ਦੀ। ਸਤਿਗੁਰੂ ਦੀਵਾਨ ਵਿੱਚ ਬੈਠੇ ਹੋਏ, ਦੀਵਾਨ ਭਰਿਆ ਹੋਇਆ ਸੰਗਤ ਦੇ ਨਾਲ। ਸਤਿਗੁਰੂ ਤਖਤ ਤੇ ਬੈਠੇ ਹੋਏ, ਬਾਲਾ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਮਹਾਰਾਜ ਸਾਹਿਬ ਜੀ। ਕਹਿਣ ਲੱਗੇ ਜਿੱਥੇ ਸੰਗਤਾਂ ਬੈਠੀਆਂ ਹੋਈਆਂ, ਜਿਹੜੀਆਂ ਸੰਗਤਾਂ ਬਾਹਰੋਂ ਆ ਰਹੀਆਂ, ਸੰਗਤ ਦੇ ਨਾਲ ਇੱਕ ਚੋਰ ਆ ਗਿਆ। ਉਹ ਰਾਹ ਵਿੱਚ ਬੜੇ ਦਾਲ ਆਉਂਦਾ ਰਿਹਾ ਵੀ ਕਿਤੇ ਮੌਕਾ ਮਿਲੇ ਤੇ ਮੈਂ ਧਨ ਚੋਰੀ ਕਰਾਂ। ਹੁਣ ਰਸਤੇ ਵਿੱਚ ਤੇ ਦਾਲ ਨਹੀਂ ਲੱਗਾ।
ਉਸਨੇ ਸੋਚਿਆ ਵੀ ਸੰਗਤ ਦਰਬਾਰ ਦੀਵਾਨ ਵਿੱਚ ਬੈਠੀ ਹੈ, ਮੈਂ ਵੀ ਇੱਥੇ ਹੀ ਬੈਠ ਜਾਵਾਂ, ਫਿਰ ਦਾ ਲੱਗੇਗਾ ਤੇ ਮੈਂ ਇਹ ਚੋਰੀ ਕਰਾਂਗਾ। ਜਦੋਂ ਉਹ ਚੋਰ ਆ ਕੇ ਦੂਜੀ ਸੰਗਤ ਦੇ ਵਾਂਗ ਹੀ ਇਸਨੇ ਵੀ ਮੱਥਾ ਟੇਕਿਆ ਤੇ ਸੰਗਤ ਵਿੱਚ ਜਾ ਕੇ ਪਿਛਲੇ ਪਾਸੇ ਖੜਾ ਹੋ ਗਿਆ। ਮੌਕਾ ਲੱਭਦਾ ਪਿਆ ਵੀ ਕਦੋਂ ਮੌਕਾ ਮਿਲੇ। ਗਰੀਬ ਨਵਾਜ ਬਾਲਾ ਪ੍ਰੀਤਮ ਸਤਿਗੁਰੂ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਮਹਾਰਾਜ ਸਾਹਿਬ ਜੀ ਉਸ ਵੇਲੇ ਉੱਚੀ ਆਵਾਜ਼ ਦੇ ਵਿੱਚ ਸੁਣਾ ਕੇ ਕਹਿਣ ਲੱਗੇ, ਕਹਿੰਦੇ ਚੋਰ ਕੀ ਹਾਮਾ ਭਰੇ ਨਾ ਕੋਏ, ਚੋਰ ਕੀਆ ਚੰਗਾ ਕਿਉਂ ਹੋਏ। ਇਹ ਬਚਨ ਮਹਾਰਾਜ ਨੇ ਉਸ ਵੇਲੇ ਮੁਖੋਂ ਆਖੇ ਕਿ ਚੋਰ ਦੀ ਗੁਹਾਮੀ ਨਹੀਂ ਭਰਦਾ, ਨਾ ਇਸ ਲੋਕ ਦੇ ਵਿੱਚ ਜਾ ਕੇ ਕੋਈ ਗਵਾਹੀ ਦਿੰਦਾ ਹੈ, ਕੋਈ ਉਹਦੇ ਦਾਅ ਦੀ ਗੱਲ ਕਰਦਾ ਹੈ, ਪਰਲੋਕ ਦੇ ਵਿੱਚ ਤੇ ਕਿਸੇ ਨੇ ਗਵਾਹੀ ਦੇਣੀ ਕੀ ਹੈ। ਚੋਰ ਕੀਆ ਚੰਗਾ ਕਿਉਂ ਹੋਏ, ਇਹ ਚੋਰੀ ਦੇ ਕੀਤੇ ਕੰਮ ਚੰਗੇ ਕਿਵੇਂ ਹੋ ਸਕਦੇ, ਸਜ਼ਾ ਇਹਨਾਂ ਦੀ ਮਿਲਦੀ ਹੈ। ਜਦੋਂ ਇਹ ਬਚਨ ਕੀਤੇ ਨਾ ਮਹਾਰਾਜ ਨੇ, ਉਹ ਜਿਹੜਾ ਚੋਰ ਪਿੱਛੇ ਖਲੋਤਾ ਸੀ ਜਾਰੋ ਜਾਰ ਰੋਣ ਲੱਗ ਪਿਆ, ਅੱਖਾਂ ਵਿੱਚ ਹੰਝੂ ਆ ਗਏ। ਜਾਣ ਗਿਆ ਮਹਾਰਾਜ ਤੇ ਅੰਤਰਜਾਮੀ ਨੇ, ਮੈਂ ਜਿਹੜੀ ਕਰਤੂਤ ਲੈ ਕੇ ਆ ਗਿਆ ਮਹਾਰਾਜ ਨੇ ਜਾਣ ਲਿਆ। ਸਤਿਗੁਰਾਂ ਦੇ ਚਰਨਾਂ ਤੇ ਆਪਣਾ ਸੀਸ ਰੱਖ ਕੇ ਸਿਰ ਰੱਖ ਕੇ ਰੋਣ ਲੱਗ ਪਿਆ, ਮਹਾਰਾਜ ਮੈਂ ਆਪ ਜੀ ਦੀ ਮਹਿਮਾ ਨੂੰ ਜਾਣ ਨਹੀਂ ਸਕਿਆ, ਆਪ ਜੀ ਦੀ ਮਹਿਮਾ ਨੂੰ ਮੈਂ ਜਾਣਿਆ ਨਹੀਂ ਹੈ, ਇਹ ਮੇਰੇ ਕੋਲੋਂ ਗਲਤੀ ਹੋਈ, ਆਪ ਜੀ ਮਾਫ ਕਰ ਦਿਓ। ਇਸੇ ਤਰ੍ਹਾਂ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦਾ ਆਪਾਂ ਇਤਿਹਾਸ ਸਰਵਣ ਕਰਦੇ। ਇੱਕ ਦਿਨ ਮਹਾਰਾਜ ਮਾਲਵੇ ਵਿੱਚ ਚਲੇ ਗਏ, ਕੁਝ ਮਹਾਰਾਜ ਦੇ ਸੂਰਮੇ ਨਾਲ, ਉੱਥੋਂ ਦੇ ਚੋਰਾਂ ਨੇ ਵੇਖਿਆ ਤੇ ਪਰਦੇਸੀ ਕੋ ਆਇਆ ਹੋਇਆ, ਇੰਨਾ ਸੰਘਣਾ ਜੰਗਲ ਹੈ, ਸਾਡਾ ਇੱਥੇ ਕਿਸੇ ਨੇ ਕੀ ਵਿਗਾੜ ਲੈਣਾ, ਜਿੱਥੇ ਮਹਾਰਾਜ ਰਾਤ ਰਹੇ ਨਾ, ਇਹ ਚੋਰ ਕੋਲ ਹੀ ਕਿਸੇ ਉਹਲੇ ਲੋਕੇ ਟਿੱਬੇ ਦੇ ਬੈਠੇ ਰਹੇ। ਰਾਤ ਪਵੇਗੀ, ਮਹਾਰਾਜ ਦਾ ਘੋੜਾ ਬੜਾ ਮਹਿੰਗਾ ਹੈ, ਇਹ ਘੋੜਾ ਅਸੀਂ ਲੈ ਕੇ ਭੱਜ ਜਾਵਾਂਗੇ, ਮੰਡੀ ਵਿੱਚ ਵੇਚਾਂਗੇ, ਬੜਾ ਧਨ ਮਿਲੇਗਾ। ਇਹ ਗੁਰੂ ਪਤਾ ਨਹੀਂ ਕਿੱਥੋਂ ਆਇਆ, ਇਹ ਜੰਗਲ ਦਾ ਇਲਾਕਾ, ਸਾਨੂੰ ਕਿਹੜਾ ਗੁਰੂ ਨੇ ਪਛਾਣ ਲੈਣਾ, ਲੱਭ ਲੈਣਾ ਹੈ। ਐਸੀ ਮਨਸ਼ਾ ਰੱਖ ਕੇ ਕਹਿਣ ਲੱਗੇ ਚੋਰ ਬੈਠੇ ਰਹੇ। ਜਿਹੜਾ ਪਹਿਰੇਦਾਰ ਮਹਾਰਾਜ ਦਾ ਖਲੋਤਾ ਹੋਇਆ, ਰਾਤ ਪਈ ਤੇ ਉਹ ਵੀ ਸੌਂ ਗਿਆ। ਸੋਚਿਆ ਵੀ ਇੱਥੇ ਕੀ ਹੋਣ ਲੱਗਾ, ਥੋੜਾ ਢਿੱਲਾ ਪਹਿਰਾ ਵਰਤਿਆ ਪਹਿਰੇਦਾਰ ਨੇ, ਉਹ ਵੀ ਸੌਂ ਗਿਆ। ਤੇ ਚੋਰਾਂ ਨੇ ਮਹਾਰਾਜ ਦਾ ਘੋੜਾ ਖੋਹ ਲਿਆ, ਘੋੜੇ ਉੱਪਰ ਚੜ੍ਹੇ ਤੇ ਭੱਜ ਪਏ ਘੋੜਾ ਲੈ ਕੇ। ਜਦੋਂ ਇੰਨੇ ਚਿਰ ਨੂੰ ਅੰਮ੍ਰਿਤ ਵੇਲਾ ਹੋਇਆ ਤੇ ਉਹ ਜਿਹੜਾ ਪਹਿਰੇਦਾਰ ਜਾਗਿਆ ਵਾ, ਵੇਖਿਆ ਮਹਾਰਾਜ ਦਾ ਘੋੜਾ ਹੀ ਨਹੀਂ ਹੈ। ਰੌਲਾ ਪਾਇਆ ਮਹਾਰਾਜ ਦਾ ਕੋਈ ਘੋੜਾ ਲੈ ਗਿਆ, ਕੋਈ ਘੋੜਾ ਲੈ ਗਿਆ। ਜਾ ਕੇ ਮਹਾਰਾਜ ਨੂੰ ਦੱਸਿਆ, ਪਾਤਸ਼ਾਹ ਜੀ ਆਪ ਜੀ ਦਾ ਘੋੜਾ ਕੋਈ ਜੰਗਲ ਵਿੱਚੋਂ ਚੁਰਾ ਕੇ ਲੈ ਗਿਆ। ਮਹਾਰਾਜ ਜੀਆਂ ਨੇ ਸੁਣੇ ਬਚਨ, ਕਹਿਣ ਲੱਗੇ ਭਾਈ ਉਹ ਬਹੁਤੀ ਦੂਰ ਨਹੀਂ ਜਾ ਪਾਏਗਾ, ਫਿਕਰ ਨਾ ਕਰੋ, ਘੋੜਾ ਮਿਲ ਜਾਏਗਾ ਆਪਾਂ ਨੂੰ। ਜਦੋਂ ਗੁਰਮੁਖੋਂ ਅਗਲਾ ਦਿਨ ਚੜ੍ਹਿਆ, ਥੋੜੀ ਦੂਰ ਉਹ ਜਿਹੜੇ ਚੋਰ ਸਨ ਉਹ ਘੋੜਾ ਲੈ ਕੇ ਖਲੋਤੇ ਮਿਲ ਗਏ। ਸਿੱਖਾਂ ਨੇ ਪੁੱਛਿਆ ਇਹ ਗੁਨਾਹ ਕਿਉਂ ਕੀਤਾ? ਕਹਿਣ ਲੱਗੇ ਜੀ ਮਨ ਵਿੱਚ ਲਾਲਚ ਸੀ, ਘੋੜਾ ਵੇਚਾਂਗੇ ਤੇ ਮਾਇਆ ਕਮਾਵਾਂਗੇ, ਤਾਂ ਚੋਰੀ ਕੀਤੀ ਹੈ। ਸਿੱਖਾਂ ਨੇ ਫਿਰ ਪੁੱਛਿਆ, ਕਹਿਣ ਲੱਗੇ ਜੇ ਚੋਰੀ ਕੀਤੀ ਤੇ ਇੱਥੇ ਕਿਉਂ ਬੈਠੇ ਹੋ, ਭੱਜ ਕਿਉਂ ਨਹੀਂ ਗਏ, ਦੌੜ ਕਿਉਂ ਨਹੀਂ ਗਏ ਘੋੜਾ ਲੈ ਕੇ? ਕਹਿਣ ਲੱਗੇ ਕੀ ਕਰਦੇ, ਭੱਜਣ ਵਾਸਤੇ ਤੇ ਬੜੇ ਯਤਨ ਕੀਤੇ, ਜਦੋਂ ਅੱਗੇ ਨੂੰ ਚੱਲਦੇ ਸੀ ਤੇ ਅੰਨੇ ਹੋ ਜਾਂਦੇ ਸੀ, ਜਦੋਂ ਪਿੱਛੇ ਨੂੰ ਮੁੜਦੇ ਸੀ ਤੇ ਦਿਸਣ ਲੱਗ ਪੈਂਦਾ ਸੀ। 2-4 ਵਾਰੀ ਭੱਜਣਾ ਚਾਹਿਆ ਅੱਗੇ ਨੂੰ, ਪਰ ਅੱਖਾਂ ਦੀ ਰੋਸ਼ਨੀ ਚਲੇ ਜਾਂਦੀ ਹੈ, ਜਦੋਂ ਪਿੱਛੇ ਨੂੰ ਮੁੜਦੇ ਹਾਂ ਤੇ ਫਿਰ ਦਿਸਣ ਲੱਗ ਪੈਂਦਾ। ਅਸੀਂ ਇਸ ਤੋਂ ਅੱਗੇ ਜਾ ਹੀ ਨਹੀਂ ਸਕੇ। ਔਰ ਘੋੜਾ ਮਹਾਰਾਜ ਦੇ ਕੋਲ ਤਾਂ ਨਹੀਂ ਲੈ ਕੇ ਗਿਆ ਵੀ ਮਹਾਰਾਜ ਮਾਰਨਗੇ, ਸਾਨੂੰ ਸਜ਼ਾ ਦੇਣਗੇ, ਇਹ ਡਰ ਕਰਕੇ ਅਸੀਂ ਮਹਾਰਾਜ ਦੇ ਕੋਲ ਵੀ ਨਹੀਂ ਜਾ ਸਕੇ। ਸੋ ਇਸ ਤਰ੍ਹਾਂ ਉਹ ਜਿਹੜਾ ਘੋੜਾ ਸੀ ਮਹਾਰਾਜ ਜੀਆਂ ਦਾ, ਗੁਰੂ ਕਿਹਾ ਸਿੱਖਾਂ ਨੇ ਉਸ ਵੇਲੇ ਲੈ ਕੇ ਆਂਦਾ। ਸੋ ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਜਿਹੜੀਆਂ ਨੇ, ਉਹ ਗੁਰੂ ਘਰਾਂ ਦੇ ਵਿੱਚ ਵੀ ਚੋਰ ਜਿਹੜੇ ਉਹ ਬਖਸ਼ਦੇ ਨਹੀਂ, ਐਸੀ ਕਾਰਵਾਈ ਕਰ ਦਿੰਦੇ। ਸੋ ਇਸ ਚੋਰ ਨੂੰ ਪਕੜਿਆ ਗੁਰੂ ਕਿਹਾ ਸਿੱਖਾਂ ਨੇ, ਥੋੜੀ ਤਾੜਨਾ ਕੀਤੀ, ਸਜ਼ਾ ਵੀ ਦਿੱਤੀ ਹੈ, ਔਰ ਨਾਲ ਦੱਸਿਆ, ਕਹਿਣ ਲੱਗੇ ਵੀ ਤੈਨੂੰ ਭੈ ਨਹੀਂ ਆਇਆ ਧੰਨ ਦਸਵੇਂ ਪਾਤਸ਼ਾਹ ਜੀਆਂ ਦਾ, ਤੇਰੇ ਮਨ ਵਿੱਚ ਇਹ ਵਿਚਾਰ ਨਹੀਂ ਆਈ ਵੀ ਮਹਾਰਾਜ ਅੰਤਰਜਾਮੀ ਨੇ, ਤੂੰ ਉਹਨਾਂ ਦੀ ਮਹਿਮਾ ਨੂੰ ਨਹੀਂ ਜਾਣਿਆ ਕਿ ਸਤਿਗੁਰੂ ਪਾਤਸ਼ਾਹ ਐਸੀ ਬਖਸ਼ਿਸ਼ ਕਰ ਸਕਦੇ ਹਨ। ਤਿਨ ਤੇ ਰਾਖੈ ਕਹਾਂ ਦੁਰਾਏ, ਤੇ ਸਤਿਗੁਰਾਂ ਦੇ ਕੋਲੋਂ ਛੁਪਾ ਕੇ ਧਨ ਕਿੱਥੇ ਰੱਖੇਗਾ? ਕੋਈ ਇਹੋ ਜੀ ਜਗ੍ਹਾ ਤੇ ਹੈ ਨਹੀਂ ਜਿੱਥੇ ਗੁਰੂ ਪਾਤਸ਼ਾਹ ਵੇਖ ਨਹੀਂ ਸਕਦੇ ਹਨ। ਜੇ ਮਨ ਕੀ ਗਤ ਦੇਤ ਬਤਾਏ, ਜਿਹੜੇ ਸਤਿਗੁਰੂ ਜੀ ਮਨ ਦੀ ਗੱਲ ਦੱਸ ਦਿੰਦੇ ਵੀ ਮੇਰੇ ਮਨ ਵਿੱਚ ਕੀ ਚੱਲਦਾ, ਤੁਹਾਡੇ ਮਨ ਵਿੱਚ ਕੀ ਚੱਲਦਾ, ਜਿਹੜੇ ਬਿਨਾਂ ਬੋਲਣ ਤੋਂ, ਬਿਨ ਬੋਲਿਆ ਸਭ ਕਿਛ ਜਾਣਦਾ। ਗੁਰੂ ਤੇ ਇਹੋ ਜਿਹਾ ਭਾਈ, ਬਿਨਾਂ ਬੋਲਣ ਤੋਂ, ਬਿਨਾਂ ਕਹਿਣ ਤੋਂ ਮਹਾਰਾਜ ਸਾਰੀ ਹਕੀਕਤ ਜਾਣਦੇ ਹਨ। ਲੈ ਘਰ ਤਨ ਅਰ ਤਸਕਰ ਤਬੈ, ਉਸ ਵੇਲੇ ਇਹ ਜਿਹੜੇ ਗੁਰੂ ਕੇ ਸਿੱਖ ਨੇ ਨਾ,
ਨਾਲੇ ਤੇ ਧਨ ਦੀ ਥੈਲੀ ਲੈ ਲਈ, ਨਾਲੇ ਉਸ ਚੋਰ ਨੂੰ ਜਿਹੜਾ ਚੁਰਾ ਕੇ ਲੈ ਕੇ ਗਿਆ ਹੈ ਉਹਨੂੰ ਵੀ ਨਾਲ ਲੈ ਲਿਆ ਹੈ। ਗਮਨੇ ਨਰ ਹੀਰਤ ਭੇਜ ਸਭੈ। ਤੇ ਉਸ ਵੇਲੇ ਲੈ ਕੇ ਚੱਲ ਪਏ। ਹੁਣ ਮੇਲੇ ਵਿੱਚ ਕਈ ਆਏ ਸਨ, ਸਾਰਿਆਂ ਦੇ ਮਨ ਵਿੱਚ ਧਿਆਨ ਇਹ ਸੀ ਵੀ ਅੱਖਾਂ ਦੇ ਵਿੱਚ ਧਿਆਨ, ਦਿਮਾਗ ਵਿੱਚ ਇਹ ਸੋਚ ਹੈ ਉਹ ਕਿਹੜਾ ਚੋਰ ਹੈ ਜਿਹਨੇ ਇਹ ਕੰਮ ਕੀਤਾ। ਜਦੋਂ ਇਹ ਗੁਰੂ ਕੇ ਸਿੱਖਾਂ ਨੇ ਫੜਿਆ ਨਾ ਚੋਰ, ਤੇ ਸਾਰੀ ਸੰਗਤ ਔਰ ਮਹਾਰਾਜ ਦੇ ਸੂਰਮੇ ਕਈ ਬੜੇ ਇਹਦੇ ਵੱਲ ਗੁੱਸੇ ਨਾਲ ਵੇਖਦੇ ਪਏ ਵੀ ਇਸ ਚੋਰ ਨੇ ਐਸਾ ਕਰਮ ਕੀਤਾ ਹੈ। ਮਾਰਤ ਪਨਹੀ ਸਭਨ ਦਿਖਾਵੇ। ਉਸ ਵੇਲੇ ਇਹਦੇ ਚੋਰ ਦੇ ਕਹਿੰਦੇ ਬਹੁਤ ਭਾਰੀ ਜੁੱਤੀਆਂ ਪੈ ਰਹੀਆਂ। ਭਾਈ ਜਿਹਦੇ ਕੋਲੋਂ ਲੰਘਦਾ ਹੈ ਨਾ, ਕੋਈ ਇਸ ਦੇ ਧੌਲ ਮਾਰਦਾ, ਕੋਈ ਜੁੱਤੀ ਮਾਰਦਾ, ਹੁਣ ਕੀਤੇ ਕਰਮ ਦੀ ਸਜ਼ਾ ਤੇ ਮਿਲੇਗੀ ਨਾ। ਪਾਪ ਕਰਮ ਕੀਤਾ ਤੇ ਮਹਾਰਾਜ ਕਹਿਣ ਲੱਗੇ ਸੋ ਇਹ ਪਾਪ ਕਰਮ ਜਿਹੜਾ ਹੈ ਇਹ ਸਜ਼ਾ ਭਾਰੀ ਦਿੰਦਾ ਹੈ। ਸੋ ਕਹਿਣ ਲੱਗੇ ਬੜੀ ਭਾਰੀ ਸਜ਼ਾ ਇਸ ਚੋਰ ਨੂੰ ਮਿਲਦੀ ਪਈ ਹੈ। ਗੁਰ ਪ੍ਰਤਾਪ ਕੋ ਬਿਦਤ ਬਤਾਵੇ। ਸਤਿਗੁਰੂ ਪਾਤਸ਼ਾਹ ਜੀਆਂ ਦਾ ਪ੍ਰਤਾਪ ਦੱਸਦੇ ਪੈ ਵੀ ਇਹ ਤੂੰ ਭਾਈ ਵੱਡੀ ਗਲਤੀ ਕੀਤੀ ਹੈ। ਗਰੀਬ ਰਜਾਰਨ ਮੈਂ ਗਮਨਮ ਤੇ। ਉਹ ਕਹਿਣ ਲੱਗੇ ਵੀ ਇਸ ਤਰ੍ਹਾਂ ਚੋਰ ਨੂੰ ਲੈ ਕੇ ਨਾ ਮਹਾਰਾਜ ਦੇ ਇਸ ਗਲੀਆਂ ਦੇ ਵਿੱਚੋਂ, ਬਾਜ਼ਾਰਾਂ ਦੇ ਵਿੱਚੋਂ ਫੜ ਕੇ ਤੁਰੇ ਆਉਂਦੇ ਹਨ। ਗਨ ਬਾਲਕ ਭੇ ਸੰਗ ਦਿਖੰਤੇ। ਬਹੁਤ ਜ਼ਿਆਦੇ ਬੱਚੇ ਮਗਰ ਮਗਰ ਦੌੜੇ ਫਿਰਦੇ ਚੋਰ ਦੇ। ਜਿੱਧਰ ਨੂੰ ਚੋਰ ਨੂੰ ਲੈ ਕੇ ਜਾਂਦੇ ਮਗਰ ਮਗਰ ਬੱਚੇ ਜਿਹੜੇ ਰੌਲਾ ਪਾਉਂਦੇ ਹੋਏ, ਬੜਾ ਚੀਕ ਝਿਹਾੜਾ ਪਾਉਂਦੇ ਹੋਏ ਮਗਰ ਮਗਰ ਤੁਰੇ ਆਉਂਦੇ ਹਨ। ਨਰ ਨਾਰੀ ਹੀਰਤ ਬਿਸਮਾਏ। ਜਿਹੜਾ ਵੀ ਵੇਖਦਾ ਹੈਰਾਨ ਹੋ ਜਾਂਦਾ ਵੀ ਆਹ ਚੋਰ ਹੈ, ਇਹਨੂੰ ਸ਼ਰਮ ਨਹੀਂ ਆਈ ਮਹਾਰਾਜ ਦੇ ਵਿਆਹ ਦੇ ਵਿੱਚ ਚੋਰੀ ਕਰਦਿਆਂ ਹੋਇਆਂ। ਜਿਹੜਾ ਇਹਦੇ ਵੱਲ ਵੇਖਦਾ ਹੈ, ਕਹਿਣ ਲੱਗੇ ਵੀ ਉਸ ਵੇਲੇ ਬਹੁਤ ਜ਼ਿਆਦਾ ਗੁਰਮੁਖੋ ਹੈਰਾਨ ਹੋ ਜਾਂਦਾ ਹੈ। ਧਰਿਓ ਦਰਬ ਗੁਰਦਿਓ ਬਤਾਏ। ਜਿੱਥੇ ਮਹਾਰਾਜ ਦੀਆਂ ਨੇ ਇਹ ਮਾਇਆ ਰੱਖੀ ਸੀ ਨਾ ਚੋਰ ਨੇ, ਗੁਰਮੁਖੋ ਸਤਿਗੁਰਾਂ ਨੇ ਝੱਟ ਹੀ ਦੱਸ ਦਿੱਤੀ ਮਹਾਰਾਜ ਦੇ ਸਾਹਮਣੇ ਇਹ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ, ਇਹ ਤੇ ਇੱਕ ਆਮ ਹੀ ਬਾਤ ਹੈ। ਸਤਿਗੁਰੂ ਤੇ ਵੱਡੇ ਵੱਡੇ ਕਾਰਜਾਂ ਨੂੰ ਕਰਨ ਵਾਲੇ, ਪਰ ਇਸ ਵੇਲੇ ਮਹਾਰਾਜ ਨੂੰ ਇਹ ਕਾਰਜ ਕਰਨਾ ਪੈਣਾ ਸੀ, ਕਿਉਂਕਿ ਬਾਣੀਏ ਨੇ ਆਖਿਆ ਸੀ ਮਹਾਰਾਜ ਜੇ ਧਨ ਨਾ ਮਿਲਿਆ ਤੇ ਮੈਂ ਆਪਣਾ ਸਰੀਰ ਇੱਥੇ ਹੀ ਛੱਡ ਦਿਆਂਗਾ, ਘਰੇ ਨਹੀਂ ਜਾਵਾਂਗਾ। ਤੇ ਸਤਿਗੁਰਾਂ ਨੇ ਵਿਚਾਰਿਆ ਵੀ ਇਹ ਬਾਕੀ ਬਾਣੀਏ ਤੇ ਸਾਰੇ ਧਨ ਕਮਾ ਕੇ ਖੁਸ਼ੀ ਖੁਸ਼ੀ ਗਏ ਨੇ, ਇਹ ਵਿਚਾਰਾ ਉਦਾਸ ਹੋਵੇਗਾ ਜਾਂ ਰਾਹ ਵਿੱਚ ਕਿਤੇ ਇਹ ਆਪਣੇ ਆਪ ਨੂੰ ਖਤਮ ਕਰੇਗਾ। ਇਹਦੀ ਜਾਨ ਬਚਾਉਣ ਵਾਸਤੇ ਮਹਾਰਾਜ ਨੇ ਇਹ ਕੌਤਕ ਨਿੱਕਾ ਜਿਹਾ ਰਚਿਆ। ਮਹਾਰਾਜ ਦੇ ਕੋਲੋਂ ਕੋਈ ਬਾਤ ਜਿਹੜੀ ਗੱਲ ਹੈ ਉਹ ਛੁਪੀ ਹੋਈ ਨਹੀਂ ਹੈ, ਪਰ ਸਾਰੇ ਵੇਖ ਵੇਖ ਕੇ ਚੋਰ ਵੱਲ ਬੜੇ ਹੈਰਾਨ ਹੁੰਦੇ ਹਨ। ਗੁਰ ਸਮੀਪ ਲੈ ਪਹੁੰਚੇ ਜਾਏ। ਉਸ ਵੇਲੇ ਲੈ ਕੇ ਇਸ ਚੋਰ ਨੂੰ ਤੇ ਇਹ ਜਿਹੜੇ ਮਹਾਰਾਜ ਦੇ ਸਿੱਖ ਨੇ ਜਿੱਥੇ ਮਹਾਰਾਜ ਬੈਠੇ ਹੋਏ ਉੱਥੇ ਲੈ ਕੇ ਪਹੁੰਚੇ ਹਨ। ਸਭਾ ਦੇਖ ਸਗਰੀ ਬਿਸਮਾਈ। ਸਾਰੀ ਸਭਾ ਮਹਾਰਾਜ ਜੀਆਂ ਦੀ ਵੇਖ ਕੇ ਬੜੀ ਹੈਰਾਨ ਹੋਈ ਉਸ ਵੇਲੇ ਵੀ ਇਹ ਜਿੰਨੇ ਬੈਠੇ ਨਾ ਦੀਵਾਨ ਦੇ ਵਿੱਚ ਸਾਰੇ ਬੜੇ ਹੈਰਾਨ ਹੁੰਦੇ ਪਏ ਇਸ ਚੋਰ ਦੀ ਕਰਤੂਤ ਵੇਖ ਕੇ, ਚੋਰ ਵੱਲ ਵੇਖ ਕੇ ਸਾਰੇ ਬਹੁਤੇ ਹੈਰਾਨ ਹਨ। ਅੱਛਾ ਸ਼ਕਤਵੰਤ ਗੁਰ ਜਾਣੇ। ਉਸ ਵੇਲੇ ਜਾਣਿਆ ਵੀ ਮਹਾਰਾਜ ਬੜੇ ਸ਼ਕਤੀ ਵਾਲੇ ਨੇ, ਅੰਤਰਜਾਮੀ ਨੇ। ਇਹ ਸੰਗਤ ਨੂੰ ਮਹਿਮਾ ਦਾ ਵੀ ਪਤਾ ਲੱਗ ਗਿਆ ਹੈ। ਸੋ ਮਹਿਮਾ ਮਹਾਰਾਜ ਜੀਆਂ ਦੀ ਇਹ ਸੰਗਤ ਨੇ ਉਸ ਵੇਲੇ ਜਾਣ ਲਈ ਹੈ। ਬੈਠੇ ਬੇਦੀ ਆਰ ਜਸਿਆ ਨੇ। ਇੱਥੇ ਮਹਾਰਾਜ ਜੀਆਂ ਦੇ ਕੋਲ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੀ ਜਿਹੜੀ ਕੁਲ ਹੈ ਨਾ, ਬੇਦੀ ਕੁਲ, ਇਹ ਬੇਦੀ ਕੁਲ ਦੇ ਪਤਵੰਤੇ ਜਿਹੜੇ ਗੁਰਮੁਖ ਨੇ ਇਹ ਵੀ ਬੈਠੇ ਹੋਏ ਦੀਵਾਨ ਵਿੱਚ। ਉਹਨਾਂ ਨੇ ਵੀ ਮਹਾਰਾਜ ਦੀ ਮਹਿਮਾ ਨੂੰ ਜਾਣ ਲਿਆ ਕਿ ਸਤਿਗੁਰੂ ਪਾਤਸ਼ਾਹ ਵਾਕਿਆ ਹੀ ਗੁਰਤਾ ਗੱਦੀ ਤੇ ਬਿਰਾਜਮਾਨ ਹੋਣ ਦੇ ਯੋਗ ਨੇ, ਵਾਕਿਆ ਹੀ ਐਸੀਆਂ ਸ਼ਕਤੀਆਂ ਇਹਨਾਂ ਦੇ ਵਿੱਚ ਬਖਸ਼ਿਸ਼ਾਂ ਹਨ। ਸਾਰੇ ਮਹਾਰਾਜ ਦੀ ਮਹਿਮਾ ਜਾਣਦੇ ਹਨ। ਬ੍ਰਿੰਦ ਮਸੰਦ ਸੰਗਤਾਂ ਸਾਰੇ। ਉਸ ਵੇਲੇ ਬਹੁਤ ਜ਼ਿਆਦਾ ਮਸੰਦਤ ਜਿੰਨੀਆਂ ਵੀ ਸੰਗਤਾਂ ਦੀਵਾਨ ਵਿੱਚ ਬੈਠੀਆਂ ਹੋਈਆਂ ਨੇ। ਮਾਨਵ ਅਪਰ ਅਨੇਕ ਨਿਹਾਰੇ। ਹੋਰ ਵੀ ਕਈ ਤਰ੍ਹਾਂ ਦੇ ਮਨੁੱਖ ਜਿਹੜੇ ਸੰਗਤ ਵਿੱਚ ਦੂਰੋਂ ਨੇੜਿਓਂ ਚੱਲ ਕੇ ਆਏ ਉਹ ਵੀ ਸਾਰੇ ਦੇਖਦੇ ਪਏ ਹਨ। ਕਲਗੀਧਰ ਵਾਕ ਸੁਣਾਇਓ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਸਾਰੀ ਸੰਗਤ ਦੇ ਸੁਣਦਿਆਂ ਹੋਇਆਂ ਧੰਨ ਗਰੀਬ ਨਵਾਜ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਉਸ ਵੇਲੇ ਸਾਰਿਆਂ ਨੂੰ ਸੁਣਾ ਕੇ ਕਹਿਣ ਲੱਗੇ ਹਨ। ਮੂਢ ਮਹਾ ਅਪਰਾਧ ਕਮਾਇਓ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਉਹ ਮੂਰਖਾ, ਤੈਨੂੰ ਪਾਪ ਕਰ ਲੱਗਿਆ ਕੋਈ ਥੋੜੀ ਬਹੁਤੀ ਵੀ ਸੰਗ ਨਹੀਂ ਆਈ ਹੈ, ਤੈਨੂੰ ਪਾਪ ਕਰ ਲੱਗਿਆ ਥੋੜੀ ਬਹੁਤਾ ਭੈ ਨਹੀਂ ਆਇਆ ਵੀ ਮੈਂ ਇਹ ਕੀ ਕਰਮ ਕਰਦਾ ਪਿਆ। ਮਹਾਰਾਜ ਨੇ ਬਚਨ ਆਖਿਆ ਮੂੜ ਤੋਂ ਭਾਵ ਹੁੰਦਾ ਮੂਰਖ। ਮਹਾਰਾਜ ਕਹਿਣ ਲੱਗੇ ਉਹ ਮੂਰਖਾ, ਮਹਾ ਅਪਰਾਧ ਕਮਾਇਓ, ਇਹ ਬੜਾ ਵੱਡਾ ਤੂੰ ਅਪਰਾਧ ਕੀਤਾ ਹੈ, ਇਹ ਬੜਾ ਵੱਡਾ ਗੁਨਾਹ ਕੀਤਾ ਹੈ। ਫਾਂਸੀ ਦੇਣ ਸਜਾਏ ਇਸੀ ਕੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਚਾਹੀਦਾ ਤੇ ਇਹ ਹੈ ਵੀ ਤੈਨੂੰ ਫਾਂਸੀ ਲਾ ਦਈਏ, ਤੈਨੂੰ ਫਾਹੇ ਲਾ ਦਈਏ, ਤੈਨੂੰ ਮਾਰ ਹੀ ਦਈਏ, ਤੈਨੂੰ ਦੇਣੀ ਤੇ ਫਾਂਸੀ ਬਣਦੀ ਹੈ ਜਿਹੋ ਜਿਹਾ ਤੂੰ ਇੱਥੇ ਕਰਮ ਕੀਤਾ ਹੈ। ਉਤਸਵ ਸ਼ਾਦੀ ਬਿਦਨੀਕੀ। ਦੇਖ ਇੱਥੇ ਤੇ ਖੁਸ਼ੀਆਂ ਮਨਾਈਆਂ ਜਾ ਰਹੀਆਂ, ਹੋ ਰਿਹਾ ਵਿਆਹ ਦੇ ਵਿੱਚ ਬੇਅੰਤ ਸੰਗਤਾਂ ਦੂਰੋਂ ਤੇ ਨੇੜਿਓਂ ਚੱਲ ਕੇ ਆਈਆਂ। ਸੰਗਤ ਤੇ ਸਾਰੀ ਖੁਸ਼ ਹੋ ਰਹੀ ਹੈ ਵੀ ਮਹਾਰਾਜ ਦਾ ਵਿਆਹ ਪੁਰਬ ਹੈ ਤੇ ਤੂੰ ਇਹ ਅਪਰਾਧ ਕੀਤਾ।
ਖੁਸ਼ੀ ਦੇ ਸਮਾਗਮ ਦੇ ਵਿੱਚ ਆ ਕੇ ਤੂੰ ਇਹ ਜਿਹੜਾ ਹੈ ਦੁੱਖ ਵਾਲਾ ਸਮਾਂ ਬਣਾ ਦਿੱਤਾ। ਵੇਖ ਇਹ ਵਿਚਾਰਾ ਬਾਣੀਆਂ ਰੋਂਦਾ ਪਿਆ, ਕਿੰਨਾ ਦੁਖੀ ਹੋਇਆ, ਕਿੰਨਾ ਇਹਦਾ ਮਨ ਦੁਖੀ ਹੋਇਆ ਪਿਆ। ਤੂੰ ਇਸ ਖੁਸ਼ੀ ਦੇ ਪ੍ਰੋਗਰਾਮ ਦੇ ਵਿੱਚ ਆ ਕੇ ਇਸ ਤਰ੍ਹਾਂ ਦਾ ਇਹ ਦੁਖਦਾਈ ਘਟਨਾ ਵਾਪਰਨਾ ਕੀਤੀ ਹੈ। ਜਾਂ ਤੇ ਇਸਕੋ ਕਰੋ ਖਲਾਸੀ। ਇਸ ਕਰਕੇ ਮਹਾਰਾਜ ਕਹਿਣ ਲੱਗੇ ਵੀ ਭਾਈ ਇਸ ਨੂੰ ਸਜ਼ਾ ਤੇ ਦੇਣੀ ਬਣਦੀ, ਫਾਂਸੀ ਤੇ ਦੇਣੀ ਬਣਦੀ ਹੈ, ਪਰ ਇੱਕ ਵਾਰੀ ਇਸ ਨੂੰ ਕਹਿਣ ਲੱਗੇ ਵੀ ਛੱਡ ਦੇਣਾ ਕਰੋ। ਬਹੁਰ ਕਰੈ ਕੋ ਦੈ ਹੈ ਫਾਂਸੀ। ਅਤੇ ਇੱਕ ਵਾਰੀ ਮਹਾਰਾਜ ਕਹਿੰਦੇ ਚਲੋ ਮਾਫ ਕਰ ਦਿਓ ਵੀ ਇਹਨੇ ਪਹਿਲੀ ਵਾਰ ਗਲਤੀ ਕੀਤੀ ਹੈ ਤੇ ਬਣਦੀ ਤੇ ਫਾਈ ਦੇਣੀ ਹੈ, ਫਾਂਸੀ ਦੇਣੀ ਬਣਦੀ ਹੈ, ਸਜ਼ਾ ਤੇ ਦੇਣੀ ਬਣਦੀ ਹੈ, ਪਰ ਚਲੋ ਇੱਕ ਵਾਰੀ ਇਸ ਨੂੰ ਮਾਫ ਕਰ ਦਈਏ ਅਤੇ ਸਾਰਿਆਂ ਨੂੰ ਦੱਸ ਦਈਏ ਵੀ ਭਾਈ ਪਹਿਲੀ ਗਲਤੀ ਤੇ ਹੋ ਗਈ ਹੈ ਮਾਫ। ਜੇ ਹੁਣ ਕੋਈ ਦੁਬਾਰਾ ਕਰੇਗਾ ਜਾਂ ਇਹੋ ਹੀ ਚੋਰ ਦੁਬਾਰਾ ਚੋਰੀ ਕਰੇਗਾ ਜਾਂ ਹੋਰ ਕੋਈ ਚੋਰ ਇੱਥੇ ਚੋਰੀ ਕਰੇਗਾ ਤੇ ਦੁਬਾਰਾ ਉਹਨੂੰ ਮਾਫੀ ਨਹੀਂ ਮਿਲੇਗੀ। ਇਹ ਪਹਿਲਾ ਜਿਹੜਾ ਕੌਤਕ ਹੈ ਵਾਪਰਿਆ ਹੈ, ਇਹ ਪਹਿਲੀ ਘਟਨਾ ਵਾਪਰੀ ਹੈ, ਇਸ ਕਰਕੇ ਪਹਿਲੀ ਵਾਰੀ ਤੇ ਮਾਫ ਕਰ ਦਿੰਦੇ ਆ। ਪਰ ਜੇ ਕੋਈ ਦੁਬਾਰਾ ਚੋਰ ਇਸ ਤਰ੍ਹਾਂ ਦਾ ਕਰਮ ਕਰੇਗਾ ਜਾਂ ਦੁਬਾਰਾ ਇਹੋ ਹੀ ਚੋਰ ਦੂਜਾ ਕਰਮ ਕਰੇਗਾ ਫਿਰ ਉਸ ਨੂੰ ਮਾਫ ਨਹੀਂ ਕੀਤਾ ਜਾਏਗਾ, ਫਿਰ ਉਸ ਨੂੰ ਸਜ਼ਾ ਦਿੱਤੀ ਜਾਏਗੀ। ਗਿਣ ਕਰ ਸੌਂਪੋ ਬਨਕ ਸੁਥਾਤੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਵੀ ਆ ਜਿਹੜਾ ਧਨ ਥੈਲੀ ਵਿੱਚ ਤੁਸੀਂ ਲੈ ਕੇ ਆਏ ਹੋ ਗੁਰੂ ਕੇ ਸਿੱਖੋ, ਇਹਨੂੰ ਪਹਿਲਾਂ ਗਿਣੋ। ਸਾਰਾ ਧਨ ਗਿਣ ਕੇ ਆ ਜਿਹੜਾ ਸਾਹਮਣੇ ਬਾਣੀਆਂ ਬੈਠਾ ਹੋਇਆ ਦੁਕਾਨਦਾਰ, ਇਹ ਕਹਿੰਦਾ ਵੀ 700 ਰੁਪਈਆ ਸੀ, ਇਹ ਗਿਣੋ ਵੀ ਥੈਲੀ ਵਿੱਚ 700 ਹੀ ਹੈ। ਇਹ ਚੋਰ ਨੇ ਵਿੱਚੋਂ ਕੁਝ ਮਾਇਆ ਖਰਚ ਤੇ ਨਹੀਂ ਲਈ ਹੈ ਜਾਂ ਆਪਣੇ ਕੋਲ ਤੇ ਨਹੀਂ ਰੱਖ ਲਈ ਹੈ। ਇਹ ਸਾਰੀ ਮਾਇਆ ਨੂੰ ਚੰਗੀ ਤਰ੍ਹਾਂ ਗਿਣ ਕੇ ਫਿਰ ਇਸ ਬਾਣੀਏ ਨੂੰ ਸੌਂਪ ਦੇਣਾ ਕਰੋ। ਨੇ ਨਿਜ ਧਨ ਹੋਏ ਸੀਤਲ ਛਾਤੀ। ਉਸ ਵੇਲੇ ਗੁਰੂ ਕਿਆਂ ਸਿੱਖਾਂ ਨੇ ਝਾਟੀ ਉਹ ਮਾਇਆ ਜਿਹੜੀ ਗਿਣ ਕੇ ਆਖਿਆ ਮਹਾਰਾਜ ਮਾਇਆ ਤੇ ਪੂਰੀ ਹੈ, ਇਹਦੇ ਵਿੱਚੋਂ ਹਾਲੇ ਇਸਨੇ ਕੁਝ ਖਰਚਿਆ ਨਹੀਂ ਹੈ। ਉਹ ਧਨ ਦੀ ਥੈਲੀ ਲੈ ਕੇ ਉਹ ਜਿਹੜਾ ਬਾਣੀਆ ਆਇਆ ਨਾ ਗੁਰਮੁਖੋ ਵਿਚਾਰਾ ਉਦਾਸ ਹੋ ਕੇ ਬੈਠਾ, ਉਹ 700 ਰੁਪਏ ਦੀ ਥੈਲੀ ਉਹਨੂੰ ਦੇ ਦਿੱਤੀ ਹੈ। ਇਹ ਬਾਣੀਆ ਆਪਣਾ ਧਨ ਲੈ ਕੇ ਮਿਹਨਤ ਦੀ ਕਮਾਈ ਲੈ ਕੇ ਬੜਾ ਖੁਸ਼ ਹੋਇਆ ਵੀ ਮਹਾਰਾਜ ਜੀਆਂ ਨੇ ਮੇਰੇ ਤੇ ਕਿਰਪਾ ਕੀਤੀ ਹੈ। ਹੁਕਮ ਗੁਰੂ ਕੋ ਪਾਏ ਸਿਪਾਹੀ। ਮਹਾਰਾਜ ਜੀਆਂ ਦਾ ਹੁਕਮ ਪਾ ਕੇ ਜੋ ਸਤਿਗੁਰਾਂ ਦੇ ਸਿਪਾਹੀ ਹਨ, ਧਨ ਗਿਣ ਕਰ ਦੀਨੋ ਤਿਸ ਪਾਈ। ਸਾਰਾ ਧਨ ਗਿਣ ਕੇ ਚੰਗੀ ਤਰੀਕੇ ਦੇ ਨਾਲ ਫਿਰ ਥੈਲੀ ਵਿੱਚ ਪਾ ਕੇ ਉਸ ਬਾਣੀਏ ਨੂੰ ਦਿੱਤਾ ਹੈ। ਅਸਕਰ ਸ਼ੋਰਿਓ ਨਗਰ ਨਿਕਾਰੇ। ਮਹਾਰਾਜ ਜੀਆਂ ਨੇ ਚੋਰ ਨੂੰ ਛੱਡ ਦਿੱਤਾ, ਪਰ ਇੱਕ ਗੱਲ ਆਖੀ, ਕਹਿਣ ਲੱਗੇ ਵੀ ਤੂੰ ਹੁਣ ਇੱਥੇ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਦਿਸਣਾ ਨਹੀਂ ਚਾਹੀਦਾ, ਦੌੜ ਜਾ ਜਿੰਨਾ ਛੇਤੀ ਹੋ ਸਕਦਾ, ਤੂੰ ਇੱਥੇ ਦਿਸਣਾ ਨਹੀਂ ਚਾਹੀਦਾ, ਕਿਉਂਕਿ ਜੇ ਤੂੰ ਅੱਜ ਕਰਮ ਕੀਤਾ ਤੇ ਕੱਲ ਨੂੰ ਤੇਰਾ ਭਰੋਸਾ ਕੋਈ ਨਹੀਂ ਹੈ ਵੀ ਤੂੰ ਦੁਬਾਰਾ ਫਿਰ ਇਹ ਕਰਮ ਕਰੇਗਾ ਕਿ ਨਹੀਂ ਕਰੇਗਾ। ਇਸ ਕਰਕੇ ਪਹਿਲੀ ਵਾਰੀ ਮਾਫ ਕੀਤਾ ਹੈ, ਪਰ ਤੈਨੂੰ ਸਜ਼ਾ ਇਹ ਦਿੱਤੀ ਹੈ ਵੀ ਅਨੰਦਪੁਰ ਸਾਹਿਬ ਨੂੰ ਛੱਡ ਕੇ ਚਲਾ ਜਾ। ਇਹ ਬਚਨ ਮਹਾਰਾਜ ਜੀਆਂ ਨੇ ਆਖੇ ਹਨ। ਬਹੁਰ ਨਾ ਸੁਖ ਕਰਮ ਕਿਨ ਧਾਰੇ। ਮਹਾਰਾਜ ਕਹਿਣ ਲੱਗੇ ਵੀ ਇਸ ਤਰ੍ਹਾਂ ਦਾ ਕਰਮ ਹੁਣ ਤੂੰ ਨਾ ਕਰੀ, ਔਰ ਸਾਰਿਆਂ ਨੂੰ ਦੱਸਿਆ, ਕਹਿਣ ਲੱਗੇ ਵੀ ਇਹੋ ਜਿਹਾ ਕਰਮ ਭਾਈ ਕੋਈ ਵੀ ਨਾ ਕਰੇ। ਅਸੀਂ ਸਾਰਿਆਂ ਨੂੰ ਇਹ ਸੰਬੋਧਨ ਹੋ ਕੇ ਬਚਨ ਕਰਦੇ ਆ ਵੀ ਇਹੋ ਜਿਹਾ ਕਰਮ ਕੋਈ ਦੁਬਾਰਾ ਨਾ ਕਰੇ। ਜਦੋਂ ਮਹਾਰਾਜ ਜੀਆਂ ਨੇ ਬਚਨ ਆਖੇ, ਕਹਿਣ ਲੱਗੇ ਸਤਿਗੁਰਾਂ ਦੇ ਬਚਨਾਂ ਦਾ ਇੰਨਾ ਪ੍ਰਭਾਵ ਪਿਆ ਕਿ ਉਸ ਤੋਂ ਮਗਰੋਂ ਫਿਰ ਇਸ ਤਰ੍ਹਾਂ ਦਾ ਕੋਈ ਵੀ ਕਰਮ ਜਿਹੜਾ ਉਹ ਗੁਰੂ ਘਰ ਦੇ ਵਿੱਚ ਕਿਸੇ ਵੀ ਚੋਰ ਨੇ ਆ ਕੇ ਨਹੀਂ ਕੀਤਾ ਹੈ। ਦੋਹਰਾ ਇਮ ਸਤਿਗੁਰ ਲੀਲਾ ਕਰਤ ਚੋਰ ਜਾਰ ਬਟਵਾਰ। ਮਹਾਰਾਜ ਸਾਹਿਬ ਜੀ ਇਸ ਤਰ੍ਹਾਂ ਲੀਲਾ ਕਰਦੇ ਪਏ ਅਨੰਦਪੁਰ ਸਾਹਿਬ ਦੇ ਵਿੱਚ। ਹੁਣ ਸੰਗਤਾਂ ਆਉਂਦੀਆਂ ਗੁਰਮੁਖੋ ਦੇਸ਼ ਪ੍ਰਦੇਸ਼ ਤੋਂ ਚੱਲ ਕੇ। ਉਹਨਾਂ ਸਮਿਆਂ ਵਿੱਚ ਲੋਕ ਪੈਦਲ ਆਉਂਦੇ ਜਾਂ ਗੱਡਾ ਹੀ ਇੱਕ ਸਾਧਨ ਹੋਇਆ ਕਰਦਾ ਸੀ। ਸੋ ਇਸ ਤਰ੍ਹਾਂ ਦੇ ਸਾਧਨਾਂ ਤੇ ਸੰਗਤ ਆਉਂਦੀ ਤੇ ਬਹੁਤਾ ਇਲਾਕਾ ਜਿਹੜਾ ਸੀ ਉਹ ਜੰਗਲ ਦਾ ਹੀ ਸੀ। ਕਿਤੇ ਕਿਤੇ ਜ਼ਮੀਨਾਂ ਆਬਾਦ ਸਨ ਜਾਂ ਕਿਤੇ ਕਿਤੇ ਪਿੰਡ ਆਉਂਦੇ ਸਨ, ਬਹੁਤਾ ਤੇ ਜੰਗਲ ਦਾ ਇਲਾਕਾ ਬੀਆਬਾਨ। ਕਹਿਣ ਲੱਗੇ ਜਦੋਂ ਸੰਗਤਾਂ ਆਉਂਦੀਆਂ ਕਈ ਤਰ੍ਹਾਂ ਦੇ ਚੋਰ, ਬਟਮਾਰ ਤੋਂ ਭਾਵ ਹੁੰਦਾ ਰਾਹ ਮਾਰ, ਦਿਨੇ ਡਾਕਾ ਮਾਰਨ ਵਾਲੇ, ਦਿਨੇ ਲੁੱਟਣ ਵਾਲੇ, ਇਹੋ ਜਿਹੇ ਕਈ ਆ ਕੇ ਮਿਲਦੇ ਹਨ। ਸਭ ਹਨ ਕੋ ਚਿੰਤਾ ਭਈ ਕਰੈ ਖੌਂਸੜੇ ਮਾਰ। ਉਸ ਵੇਲੇ ਇਹ ਜਦੋਂ ਚੋਰ ਨੂੰ ਚੰਗੀ ਮਾਰ ਮਰਵਾਈ ਨਾ ਮਹਾਰਾਜ ਨੇ, ਜਿੰਨੇ ਰਾਹ ਮਾਰ ਸਨ, ਡਾਕੂ ਜਾਂ ਧਾੜਵੀ ਜਿਹੜੇ ਸਨ, ਚੋਰ ਸਨ, ਸਾਰਿਆਂ ਦੇ ਮਨ ਵਿੱਚ ਚਿੰਤਾ ਪੈਦਾ ਹੋ ਗਈ। ਸਾਰੇ ਡਰ ਗਿਆ, ਕਹਿਣ ਲੱਗੇ ਨਾ ਭਾਈ ਹੋਰ ਜੋ ਮਰਜ਼ੀ ਕਰੋ, ਪਰ ਗੁਰੂ ਕੀ ਸੰਗਤ ਨੂੰ ਨਾ ਲੁੱਟਿਓ ਜਾਂਦਿਆਂ ਹੋਇਆ। ਜੇ ਲੁੱਟੋਗੇ ਤੇ ਮਹਾਰਾਜ ਬਹੁਤ ਭਾਰੀ ਜੁੱਤੀਆਂ ਦੀ ਮਾਰ, ਖੌਂਸੜਾ ਜੁੱਤੀ ਨੂੰ ਕਹਿੰਦੇ ਨੇ। ਕਹਿਣ ਲੱਗੇ ਵੀ ਬੜੇ ਖੌਂਸੜੇ ਪੈਣਗੇ, ਬੜੀਆਂ ਜੁੱਤੀਆਂ ਪੈਣਗੀਆਂ ਜੇ ਤੁਸੀਂ ਹੁਣ ਕਿਸੇ ਗੁਰੂ ਕੀ ਸੰਗਤ ਦੇ ਕੋਲੋਂ ਕੋਈ ਕੱਪੜਾ ਚੋਰੀ ਕੀਤਾ, ਧਨ ਚੋਰੀ ਕੀਤਾ ਜਾਂ ਕੋਈ ਗਹਿਣਾ ਚੋਰੀ ਕੀਤਾ। ਤੇ ਮਹਾਰਾਜ ਨੇ ਆਖਿਆ ਵੀ ਅਸੀਂ ਫਾਂਸੀ ਦੇਵਾਂਗੇ, ਛੱਡਾਂਗੇ ਨਹੀਂ, ਔਰ ਫਾਂਸੀ ਦੇਣ ਤੋਂ ਪਹਿਲਾਂ ਚੰਗੀ ਕਰੜੀ ਸਜ਼ਾ ਵੀ ਦੇਵਾਂਗੇ, ਮਾਰ ਵੀ ਮਾਰਾਂਗੇ। ਜਦੋਂ ਇੱਕ ਚੋਰ ਨੂੰ ਮਾਰ ਪਈ ਹੈ ਨਾ, ਤੇ ਬਾਕੀ ਜਿੰਨੇ ਚੋਰ ਨੇ, ਰਾਹ ਮਾਰ ਡਾਕੂ ਨੇ ਜਾਂ ਜਿਹੜੇ ਹੋਰ
ਜਿਹੜੇ ਸਨ ਦਿਨੇ ਲੁੱਟਣ ਵਾਲੇ ਠੱਗ, ਸਾਰਿਆਂ ਦੇ ਮਨ ਵਿੱਚ ਭੈ ਪੈਦਾ ਹੋ ਗਿਆ ਵੀ ਸੰਗਤ ਕੋਲੋਂ ਕੋਈ ਚੀਜ਼ ਨਹੀਂ ਲੁੱਟਣੀ ਹੈ। ਚੌਪਈ ਨਿਰਭੈ ਬਨਕ ਠਾਨਤ ਵਿਵਹਾਰ। ਇਹ ਜਿਹੜਾ ਬਾਣੀਆਂ ਸੀ ਬੜੇ ਡਰ ਤੋਂ ਰਹਿਤ ਹੋ ਕੇ ਇਸਨੇ ਸਾਰਾ ਆਪਣਾ ਵਪਾਰ ਕੀਤਾ ਹੈ। ਕਹਿਓ ਚੋਰ ਤੇ ਅਚਰਜ ਧਾਰਾ। ਜਦੋਂ ਮਹਾਰਾਜ ਨੇ ਚੋਰ ਫੜਿਆ ਤੇ ਸੰਗਤ ਵੀ ਹੈਰਾਨ, ਬਾਣੀਆਂ ਵੀ ਹੈਰਾਨ ਕਿ ਮਹਾਰਾਜ ਨੇ ਬੜੀ ਛੇਤੀ ਕਿਰਪਾ ਕੀਤੀ ਹੈ। ਸੁਨੀ ਵਸਤਰ ਹੈ ਕਿਸ ਥਾਈ। ਤੇ ਹੁਣ ਸੁੰਨੀਆਂ ਵਸਤੂਆਂ ਜਿਹੜੀਆਂ ਨੇ ਉਹ ਕਿਸੇ ਕਿਸੇ ਥਾਂ ਤੇ ਭਾਵੇਂ ਪਈਆਂ ਵੀ ਰਹਿੰਦੀਆਂ ਹਨ। ਜਦੋਂ ਮਹਾਰਾਜ ਨੇ ਆ ਕੌਤਕ ਵਰਤਾਇਆ ਨਾ ਤੇ ਗੁਰਮੁਖੋ ਅਨੰਦਪੁਰ ਸਾਹਿਬ ਦੇ ਵਿੱਚ ਜਿੰਨੀਆਂ ਦੁਕਾਨਾਂ ਸਨ ਸਮਾਨ ਦੀਆਂ, ਉਹ ਕਦੇ ਕਦੇ ਬਾਣੀਏ ਖੁੱਲੀਆਂ ਵੀ ਛੱਡ ਦਿੰਦੇ, ਕਹਿੰਦੇ ਕੋਈ ਗੱਲ ਨਹੀਂ ਹੈ, ਸਾਡਾ ਧਨ ਨਾ ਕੋਈ ਚੁਰਾਏਗਾ ਨਾ ਸਾਡਾ ਕੋਈ ਸਮਾਨ ਚੁਰਾਏਗਾ। ਕਿਉਂਕਿ ਇਹ ਗੱਲ ਦਾ ਉਸ ਵੇਲੇ ਬੜਾ ਰੌਲਾ ਪੈ ਗਿਆ ਸੰਗਤ ਵਿੱਚ, ਦੂਰ ਦੂਰ ਤੱਕ ਗੱਲ ਚਲੇ ਗਈ ਵੀ ਮਹਾਰਾਜ ਨੂੰ ਭਾਈ ਪਤਾ ਲੱਗ ਜਾਂਦਾ ਜੇ ਕੋਈ ਐਸਾ ਕਰਮ ਕਰਦਾ ਹੈ। ਕਹਿਣ ਲੱਗੇ ਕਈਆਂ ਵਾਰੀ ਦੁਕਾਨਾਂ ਜਿਹੜੀਆਂ ਨੇ ਆਮ ਖੁੱਲੀਆਂ ਅਨੰਦਪੁਰ ਸਾਹਿਬ ਦੇ ਵਿੱਚ ਰਹਿ ਜਾਂਦੀਆਂ ਹਨ। ਨਾ ਕੋ ਸਕੈ ਹਾਥ ਕੋ ਪਾਈ। ਸਾਰਿਆਂ ਦੇ ਮਨ ਵਿੱਚ ਡਰ ਹੈ, ਚੋਰ ਵੀ ਡਰਦੇ ਤੇ ਆਮ ਬੰਦੇ ਵੀ ਡਰਦੇ ਵੀ ਜੇ ਅਸੀਂ ਕੋਈ ਧਨ ਕੋਈ ਵਸਤੂ ਚੋਰੀ ਕਰ ਲਈ ਤੇ ਮਹਾਰਾਜ ਨੂੰ ਪਤਾ ਲੱਗ ਜਾਏਗਾ। ਸਤਿਗੁਰਾਂ ਦਾ ਐਸਾ ਭੈ, ਐਸਾ ਡਰ ਮਨ ਵਿੱਚ ਪੈਦਾ ਹੋਇਆ ਕਿ ਕੋਈ ਵੀ ਇਹ ਕਰਮ ਕਰਨ ਤੋਂ ਹੁਣ ਡਰਦਾ ਹੈ। ਕੇਤਕ ਦਿਨ ਗੁਰ ਕੇਲਾਪੁਰ ਮੈਂ। ਇਸ ਤਰ੍ਹਾਂ ਕੁਝ ਦਿਨ ਸੰਗਤਾਂ ਲਾਹੌਰ ਸ਼ਹਿਰ ਦੇ ਵਿੱਚ ਰਹੀਆਂ ਹਨ। ਬਸੇ ਬਨਕ ਧਰ ਆਨੰਦ ਉਰਮੈ। ਕੁਝ ਬਾਣੀਏ ਜਿਹੜੇ ਨੇ ਲਾਹੌਰ ਸ਼ਹਿਰ ਦੇ ਵਿੱਚ ਰਹੇ, ਜਿੱਥੇ ਮਹਾਰਾਜ ਦਾ ਸਹੁਰਾ ਪਰਿਵਾਰ ਆ ਕੇ ਬੈਠਾ ਸੀ, ਸੰਗਤਾਂ ਬੈਠੀਆਂ। ਸੋ ਬਸੰਤਗੜ੍ਹ ਗੁਰਮੁਖੋ ਉਹ ਪਿੰਡ ਦਾ ਨਾਮ ਹੈ। 7-8 ਮੀਲ ਦੀ ਦੂਰੀ ਤੇ ਲਿਖਿਆ ਵੀ ਅਨੰਦਪੁਰ ਸਾਹਿਬ ਤੋਂ ਪਿੰਡ ਹੈ। ਨੰਗਲ ਨੂੰ ਜਾਈਏ ਉਸ ਰਸਤੇ ਦੇ ਉੱਪਰ ਜਾ ਕੇ ਇਹ ਜਗ੍ਹਾ ਆਉਂਦੀ ਹੈ, ਉਸ ਨੂੰ ਗੁਰੂ ਕਾ ਲਾਹੌਰ ਆਖਿਆ ਜਾਂਦਾ ਹੈ। ਇੱਥੇ ਮਹਾਰਾਜ ਜੀਆਂ ਨੇ ਕਈ ਕੌਤਕ ਕੀਤੇ ਨੇ। ਕਹਿੰਦੇ ਵੀ ਇੱਥੇ ਕਈ ਵਪਾਰੀਆਂ ਨੇ ਰਹਿ ਕੇ ਫਿਰ ਵਪਾਰ ਕੀਤਾ ਹੈ। ਖਾਤੇ ਲਾਭ ਜਤਕ ਵਿਵਹਾਰ। ਜਿਨੇ ਜਿਨੇ ਇੱਥੇ ਕੰਮ ਕੀਤਾ, ਸੌਦਾਬਾਜ਼ੀ ਕੀਤੀ, ਦੁਕਾਨਾਂ ਕੀਤੀਆਂ, ਸਾਰਿਆਂ ਨੂੰ ਲਾਭ ਮਿਲਿਆ ਹੈ। ਉਤਸਵ ਜਤ ਗੁਰ ਦਰਸ਼ਨਿਹਾਰ। ਨਾਲੇ ਮਹਾਰਾਜ ਦੇ ਦਰਸ਼ਨ ਕਰਦੇ, ਨਾਲੇ ਆਪਣਾ ਵਪਾਰ ਕਰਦੇ ਹਨ। ਕਲਗੀ ਧਰ ਕੋ ਸਸੁਰ ਆਨੰਦ। ਇਸ ਤਰ੍ਹਾਂ ਮਹਾਰਾਜ ਜੀਆਂ ਦੇ ਸਹੁਰਾ ਸਾਹਿਬ ਨਾਮ ਹੈ ਭਾਈ ਹਰਜਸ। ਸੋ ਕਹਿਣ ਲੱਗੇ ਸੁਭਿਖਿਆ ਇਹਦੀ ਗੋਤ ਹੈ, ਇਹ ਵੀ ਬੜੇ ਆਨੰਦ ਦੇ ਸਮੇਤ ਹੈ। ਪ੍ਰਾਤਨ ਸਹਿਤ ਆਨ ਕਰ ਇਹ ਬੰਗੋ। ਆਪਣੇ ਭਰਾਵਾਂ ਦੇ ਸਮੇਤ ਆ ਗਿਆ। ਹੁਣ ਵਿਆਹ ਤੇ ਹੋ ਗਿਆ ਨਾ, ਮਹਾਰਾਜ ਸਾਹਿਬ ਜੀ ਡੋਲਾ ਲੈ ਕੇ ਆ ਗਏ। ਇਹ ਹੁਣ ਜਿੰਨਾ ਪਰਿਵਾਰ ਮਹਾਰਾਜ ਦਾ ਰਹਿੰਦਾ ਸੀ ਨਾ, ਗੁਰੂ ਕੇ ਲਾਹੌਰ ਵਿਆਹ ਕਰਨ ਵਾਸਤੇ ਆਏ ਸਨ। ਹੁਣ ਪਤਾ ਲੱਗ ਗਿਆ ਵੀ ਵਿਆਹ ਹੋ ਗਿਆ, ਸਾਰੇ ਕਾਰਜ ਚੰਗੇ ਚੰਗੇ ਸਾਡੇ ਸੰਪੂਰਨ ਹੋ ਗਏ। ਮਹਾਰਾਜ ਜੀਆਂ ਦੇ ਸਹੁਰਾ ਸਾਹਿਬ ਆਪਣੇ ਭਰਾਵਾਂ ਨੂੰ ਨਾਲ ਲੈ ਕੇ ਸਤਿਗੁਰਾਂ ਨੂੰ ਮਿਲਣ ਵਾਸਤੇ ਅਨੰਦਪੁਰ ਸਾਹਿਬ ਆਏ ਹਨ। ਮਹਾਰਾਜ ਕਾਰਜ ਸਭ ਭਇਓ। ਗੁਰੂ ਪਾਤਸ਼ਾਹ ਬੜੀ ਕਿਰਪਾ ਕੀਤੀ ਹੈ, ਇਹ ਸਾਡਾ ਕਾਰਜ ਵਿਆਹ ਦਾ ਪੂਰਾ ਹੋਇਆ ਹੈ। ਜਿਹਦੇ ਮਨੋਰਥ ਪੂਰਨ ਕਇਓ। ਜੋ ਮੇਰੇ ਮਨ ਦਾ ਮਨੋਰਥ ਸੀ ਉਹ ਆਪ ਜੀ ਨੇ ਕਿਰਪਾ ਕਰਕੇ ਪੂਰਾ ਕੀਤਾ ਹੈ। ਅਬ ਚਾਹਤ ਸਭ ਸਦਨ ਸਿਧਾਰਾ। ਹੁਣ ਆਗਿਆ ਦਿਓ, ਅਸੀਂ ਆਪਣੇ ਜਿਹੜਾ ਲਾਹੌਰ ਹੈ ਨਾ, ਲਾਹੌਰ ਸ਼ਹਿਰ ਜਿਹੜਾ ਅੱਜ ਪਾਕਿਸਤਾਨ ਦੇ ਵਿੱਚ ਹੈ, ਸੋ ਕਹਿਣ ਲੱਗੇ ਮਹਾਰਾਜ ਜੇ ਹੁਕਮ ਹੋਵੇ ਤੇ ਅਸੀਂ ਚਲੇ ਜਾਈਏ। ਇਹ ਤ੍ਰੇਤੇ ਯੁੱਗ ਦਾ ਵਸਿਆ ਹੋਇਆ ਲਾਹੌਰ ਸ਼ਹਿਰ ਜਿਹੜਾ ਹੈ ਨਾ ਪਾਕਿਸਤਾਨ ਵਿੱਚ, ਤ੍ਰੇਤੇ ਯੁੱਗ ਦਾ ਵਸਿਆ ਹੋਇਆ। ਮਹਾਰਾਜ ਤੁਹਾਡਾ ਹੁਕਮ ਹੋਵੇ ਤੇ ਅਸੀਂ ਹੁਣ ਆਪਣੇ ਜਿਹੜਾ ਲਾਹੌਰ ਹੈ ਉਸ ਨੂੰ ਚਲੇ ਜਾਈਏ, ਅਸੀਂ ਆਪ ਜੀ ਦੀ ਆਗਿਆ ਲੈਣ ਆਏ ਹਾਂ। ਆਪ ਆਪਣੀ ਕਰਤ ਸੰਭਾਰਾ। ਮਹਾਰਾਜ ਅਸੀਂ ਆਪੋ ਆਪਣੀਆਂ ਹੁਣ ਵਸਤੂਆਂ ਸੰਭਾਲੀਏ ਤੇ ਆਪੋ ਆਪਣੇ ਘਰ ਨੂੰ ਜਾਣਾ ਕਰੀਏ। ਸੁਨ ਦਿਓ ਹੁਕਮ ਸਭੈ ਤੁਮ ਜਾਓ। ਮਹਾਰਾਜ ਨੇ ਸੁਣੇ ਬਚਨ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਉਸ ਵੇਲੇ ਬਚਨ ਕੀਤਾ, ਕਹਿਣ ਲੱਗੇ ਜਾਓ ਭਾਈ ਤੁਸੀਂ ਜਾ ਸਕਦੇ ਹੋ, ਤੁਹਾਨੂੰ ਛੁੱਟੀ ਹੈ, ਵਿਆਹ ਦੇ ਕਾਰਜ ਹੋ ਗਿਆ ਪੂਰੇ, ਹੁਣ ਕੋਈ ਗੱਲ ਨਹੀਂ ਹੈ, ਜੇ ਤੁਸੀਂ ਜਾਣਾ ਚਾਹੁੰਦੇ ਹੋ ਤੇ ਜਾ ਸਕਦੇ ਹੋ। ਇਹ ਮਹਾਰਾਜ ਨੇ ਆਗਿਆ ਦਿੱਤੀ ਹੈ। ਸਿਮਰੋ ਸਤਨਾਮ ਸੁਖ ਪਾਵੋ। ਪਾਤਸ਼ਾਹ ਜੀ ਜਦੋਂ ਜਾਣ ਲੱਗਾ ਨਾ ਮੇਲ ਸਹੁਰਾ ਪਰਿਵਾਰ, ਤੇ ਮਹਾਰਾਜ ਕਹਿਣ ਲੱਗੇ ਭਾਈ ਨਾਮ ਜਪਦੇ ਰਹਿਣਾ, ਨਾਮ ਦੀ ਕਮਾਈ ਕਰਨੀ ਹੈ। ਗੁਰੂ ਦਾ ਉਪਦੇਸ਼ ਤੇ ਨਾਮ ਹੀ ਹੈ। ਨਾਨਕ ਕੇ ਘਰ ਕੇਵਲ ਨਾਮ। ਗੁਰੂ ਨਾਨਕ ਦੇ ਘਰ ਦੇ ਵਿੱਚ ਨਾਮ ਦੀ ਮਹਿਮਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਜਦੋਂ ਬਰਾਤ ਲੈ ਕੇ ਗਏ ਨਾ ਮਾਓ ਪਿੰਡ ਦੇ ਵਿੱਚ, ਫਲੌਰ ਦੇ ਨੇੜੇ ਪਿੰਡ ਹੈ ਮਹਾਰਾਜ ਜੀਆਂ ਦਾ ਸਹੁਰਾ ਪਿੰਡ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀਆਂ ਦਾ। ਜਦੋਂ ਪਾਤਸ਼ਾਹ ਇਸ ਪਿੰਡ ਦੇ ਵਿੱਚ ਗਏ ਤੇ ਮਹਾਰਾਜ ਸਾਹਿਬ ਜੀ ਦੀਆਂ ਸਾਲੀਆਂ ਜਿਹੜੀਆਂ ਸਨ, ਮਾਤਾ ਗੰਗਾ ਜੀਆਂ ਦੀਆਂ ਭੈਣਾਂ ਜਿਹੜੀਆਂ ਲੱਗਦੀਆਂ, ਉਹ ਸਾਰੀਆਂ ਇਕੱਠੀਆਂ ਹੋ ਕੇ ਆ ਗਈਆਂ ਤੇ ਰਿਵਾਜ ਬਣਿਆ ਨਾ ਵੀ ਮਖੌਲ ਕਰਨੇ ਇੱਕ ਦੂਜੇ ਨੂੰ। ਸੋ ਜਦੋਂ ਇਹਨਾਂ ਨੇ ਐਸੀ ਕਿਰਿਆ ਕੀਤੀ ਤੇ ਮਹਾਰਾਜ ਕਹਿਣ ਲੱਗੇ ਬੈਠ ਜਾਓ, ਸਾਰੀਆਂ ਨੂੰ ਬਿਠਾ ਲਿਆ ਪਾਤਸ਼ਾਹ ਨੇ। ਉੱਥੇ ਫਿਰ ਮਹਾਰਾਜ ਜੀਆਂ ਨੇ ਬਾਣੀ ਉਚਾਰਨ ਕੀਤੀ। ਮਹਾਰਾਜ ਸਾਹਿਬ ਜੀਆਂ ਦੀ ਸਾਲੀ ਦਾ ਨਾਮ ਹਰਹਾ ਹੈ ਤੇ ਉੱਥੇ ਫਿਰ ਮਹਾਰਾਜ ਜੀਆਂ ਨੇ ਬਚਨ ਕੀਤੇ, ਕਹਿਣ ਲੱਗੇ ਜਿਸ ਕੀ ਪੂਜੈ ਔ ਤਿਸੈ ਕੌਣ ਰਾਖਈ, ਵੈਦਿਕ ਅਨਕ ਉਪਾਵ ਕਹਾਂ ਲਓ ਭਾਖਈ, ਏਕੋ ਚੇਤ ਗੁਵਾਰ ਤੇਰੇ, ਏਕੋ ਚੇਤ ਗੁਵਾਰ ਕਾਜ ਤੇਰੇ ਆਵਈ, ਹਰਹਾਂ ਬਿਨ ਆਵੇ ਤਨਸ਼ਾਰ, ਬਿਰਥਾ ਸਭ ਜਾਵੇ। ਇਹ ਆਪਾਂ ਬਾਣੀ ਪੜ੍ਹਦੇ ਨਾ ਫੁਣਹੇ ਨਾਮ ਦੀ ਬਾਣੀ, ਇਹ ਬਾਣੀ ਮਹਾਰਾਜ ਨੇ ਆਪਣੇ ਸਹੁਰੇ ਪਿੰਡ ਜਾ ਕੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ
ਉਚਾਰਨ ਕੀਤੀ। ਇਸ ਬਾਣੀ ਦੇ ਵਿੱਚ ਮਹਾਰਾਜ ਨੇ ਵਾਰ-ਵਾਰ ਇੱਕ ਬਚਨ ਜ਼ਰੂਰ ਆਖਿਆ, ਹਰ ਹਾਂ ਹਰ ਹਾਂ। ਇਹ ਮਹਾਰਾਜ ਸੰਬੋਧਨ ਕਰਦੇ ਪਏ ਆਪਣੀ ਸਾਲੀ ਨੂੰ, ਉਹਦਾ ਨਾਮ ਹੈ ਮਾਤਾ ਗੰਗਾ ਜੀਆਂ ਦੀ ਭੈਣ ਦਾ ਨਾਮ ਹਰ ਹਾਂ ਸੀ। ਤੇ ਸਤਿਗੁਰੂ ਵਾਰ-ਵਾਰ ਇਹ ਨਾਮ ਲੈ ਕੇ ਉਪਦੇਸ਼ ਦਿੰਦੇ ਪਏ, ਭਾਈ ਨਾਮ ਜਪੋ ਜਿੰਨਾ ਜਪਿਆ ਜਾਂਦਾ ਹੈ। ਇਹ ਦੁਨੀਆ ਦੇ ਕਲੋਲ ਹਾਸੇ ਮਖੌਲ ਇਹ ਸਾਰੇ ਇੱਥੇ ਇਹ ਜੀਵਨ ਨਸ਼ਟ ਕਰਨ ਵਾਲੇ ਨੇ, ਜੀਵਨ ਬਰਬਾਦ ਕਰਨ ਵਾਲੇ, ਸਮਾਂ ਬਰਬਾਦ ਕਰਨ ਵਾਲੇ। ਨਾਮ ਜਪੋ ਭਲਾ ਹੋ ਜਾਏਗਾ। ਐਸੇ ਬਚਨ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਬਖਸ਼ੇ। ਹੁਣ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਸਹੁਰਾ ਪਰਿਵਾਰ ਆਇਆ। ਮਹਾਰਾਜ ਆਗਿਆ ਦਿਓ ਅਸੀਂ ਆਪਣੇ ਨਗਰ ਨੂੰ ਚਲੇ ਜਾਈਏ। ਸਤਿਗੁਰੂ ਕਹਿਣ ਲੱਗੇ, ਭਾਈ ਛੁੱਟੀ ਹੈ, ਤੁਸੀਂ ਜਾ ਸਕਦੇ ਹੋ, ਪਰ ਬਚਨ ਇੱਕ ਚੇਤੇ ਰੱਖਿਓ ਵੀ ਨਾਮ ਦਾ ਪੱਲਾ ਨਹੀਂ ਜੇ ਛੱਡਣਾ। ਇਹ ਨਾਮ ਜਪਦਾ ਰਹਿਣਾ ਹੈ। ਤੁਹਾਡਾ ਸਾਡੇ ਨਾਲ ਨਾਤਾ ਬਣਿਆ, ਰਿਸ਼ਤਾ ਬਣਿਆ। ਐਸੇ ਬਚਨ ਮਹਾਰਾਜ ਨੇ ਆਖੇ ਹਨ। ਲਾਪੁਰ ਕੀ ਸੰਗਤ ਸੁਨ ਸਾਰੀ, ਬਚਨ ਸੁਣ ਕੇ ਲਾਹੌਰ ਸ਼ਹਿਰ ਦੀ ਜਿੰਨੀ ਵੀ ਸੰਗਤ ਚੱਲ ਕੇ ਆਈ ਹੈ, ਵਸਤ ਸੰਭਾਰ ਕਰੀ ਨਿਜ ਤਿਆਰੀ। ਇਹਨਾਂ ਨੇ ਆਪੋ ਆਪਣੀਆਂ ਵਸਤੂਆਂ ਸੰਭਾਲੀਆਂ, ਗੱਡਿਆਂ ਦੇ ਉੱਪਰ ਪੰਡਾਂ ਬੰਨ ਕੇ, ਪੋਟਲੀਆਂ ਬੰਨ ਕੇ ਸਮਾਨ ਰੱਖਿਆ ਤੇ ਤਿਆਰੀ ਕੀਤੀ ਫਿਰ ਚੱਲਣ ਵਾਸਤੇ। ਕਰ ਕਰ ਬੰਧਨ ਪੰਥ ਵਧਾਰੇ, ਗੁਰੂ ਪਾਤਸ਼ਾਹ ਜੀਆਂ ਨੂੰ ਨਮਸਕਾਰਾਂ ਕਰ ਕਰਕੇ, ਮੱਥਾ ਟੇਕ ਕੇ ਸਾਰੀਆਂ ਸੰਗਤਾਂ ਚੱਲ ਪਈਆਂ। ਤਿਮ ਰੂਪਰ ਸੀਰੰਦ ਸੰਧਾਰੇ। ਇਸੇ ਤਰ੍ਹਾਂ ਫਿਰ ਰੋਪੜ ਵਾਲੇ ਆ ਗਏ। ਮਹਾਰਾਜ ਸਾਨੂੰ ਵੀ ਆਗਿਆ ਦਿਓ, ਅਸੀਂ ਵੀ ਜਾਈਏ। ਰੋਪੜ ਵਾਲੇ ਵੀ ਆਗਿਆ ਲੈ ਕੇ ਬਾਣੀਏ ਚੱਲ ਪਏ। ਜਿਹੜੇ ਸਰਹੰਦ ਤੋਂ ਗਏ ਸਨ ਚੱਲ ਕੇ, ਇਹ ਸਰਹੰਦ ਵਾਲਿਆਂ ਨੇ ਵੀ ਆਗਿਆ ਮੰਗੀ, ਮਹਾਰਾਜ ਹੁਣ ਵਿਆਹ ਕਾਰਜ ਹੋ ਗਿਆ, ਅਸੀਂ ਵੀ ਚਲੇ ਜਾਈਏ। ਸਰਹੰਦ ਵਾਲੇ ਵੀ ਆਗਿਆ ਲੈ ਕੇ ਚੱਲੇ ਹਨ। ਹੁਸ਼ਿਆਰ ਗਏ ਚੱਲ ਕੇ। ਇਸੇ ਤਰ੍ਹਾਂ ਫਿਰ ਹੁਸ਼ਿਆਰਪੁਰ ਦੇ ਜਿਹੜੇ ਆਏ ਸਨ ਬਾਣੀਏ ਵਪਾਰੀ, ਉਹਨਾਂ ਨੇ ਵੀ ਆਗਿਆ ਮੰਗੀ। ਮਹਾਰਾਜ ਵਿਆਹ ਸੰਪੂਰਨ ਹੋਇਆ, ਆਪ ਜੀ ਸਾਨੂੰ ਆਗਿਆ ਦਿਓ, ਅਸੀਂ ਜਾਣਾ ਕਰੀਏ। ਕਰੈ ਵਾਰਤਾ ਮਿਲ ਤੇ, ਆਪਸ ਵਿੱਚ ਇਸ ਤਰ੍ਹਾਂ ਗੱਲਾਂ ਬਾਤਾਂ ਕਰਦੇ ਹਨ। ਬਾਹਰ ਨਿਕਾਸਨ ਤਸਕਰ ਗਏ। ਇਹ ਗੱਲਾਂ ਬਾਤਾਂ ਕਰਦੇ ਵੀ ਮਹਾਰਾਜ ਨੇ ਵੇਖੋ ਕਿੰਨਾ ਸੋਹਣਾ ਵਿਆਹ ਕਾਰਜ ਕਰਵਾਇਆ ਹੈ, ਸਾਨੂੰ ਕਿੰਨੀ ਆਮਦਨ ਹੋਈ ਹੈ। ਫਿਰ ਮਹਾਰਾਜ ਨੇ ਵੇਖੋ ਕਿਵੇਂ ਚੋਰ ਫੜਿਆ ਹੈ। ਇਹ ਸੰਗਤਾਂ ਆਪਸ ਵਿੱਚ ਗੁਰਮੁਖੋ ਬਚਨ ਬਿਲਾਸ ਕਰਦੀਆਂ ਹਨ। ਵਿਆਹ ਸੁਕੌਤਕ ਜੈਸੇ ਲਹੇ, ਜਿਵੇਂ ਜਿਵੇਂ ਮਹਾਰਾਜ ਨੇ ਵਿਆਹ ਦਾ ਕੌਤਕ ਕੀਤਾ ਸਾਰਿਆਂ ਨੇ ਦੇਖਿਆ ਹੈ। ਸੁਨ ਸੁਨ ਅਪਰ ਸਿੱਖ ਹਰ ਖਾਈ। ਸੁਣ ਕੇ ਸਾਰੇ ਸਿੱਖ ਉਸ ਵੇਲੇ ਬੜੇ ਖੁਸ਼ ਹੁੰਦੇ ਹਨ। ਗੁਰ ਤੇ ਕੁਛ ਅਚਰਜ ਨਹਿ ਪਾਈ। ਕਹਿਣ ਲੱਗੇ, ਭਾਈ ਗੁਰੂ ਦੇ ਸਾਹਮਣੇ ਕੋਈ ਹੈਰਾਨ ਕਰਨ ਵਾਲੀ ਗੱਲ ਨਹੀਂ ਹੈ, ਮਹਾਰਾਜ ਤੇ ਬਹੁਤ ਕੁਝ ਕਰ ਸਕਦੇ ਹਨ। ਚਾਹੇ ਸ਼ੁਕਰੈ ਸ਼ਕਤ ਸਭ ਧਾਰੀ। ਗੁਰੂ ਪਾਤਸ਼ਾਹ ਜੋ ਚਾਹੁਣ ਉਹ ਕਰ ਸਕਦੇ, ਐਸੀ ਸ਼ਕਤੀ ਧਾਰਨ ਕਰਦੇ ਹਨ। ਨਹਿ ਕੁਛ ਅਟਕੈ ਜਿਨਹੁ ਆਗਾਰੀ। ਸਤਿਗੁਰਾਂ ਦੇ ਅੱਗੇ ਕੋਈ ਚੀਜ਼ ਰੋਕ ਨਹੀਂ ਸਕਦੀ, ਭਾਈ ਖਲੋ ਨਹੀਂ ਸਕਦੀ। ਮਹਾਰਾਜ ਜੋ ਚਾਹੁਣ ਉਹ ਕਰਦੇ ਹਨ। ਪੁਰ ਗ੍ਰਾਮ ਗ੍ਰਾਮ ਘਰ ਘਰ ਇਸ ਮੈਂ। ਤਰ੍ਹਾਂ ਮਹਾਰਾਜ ਜੀਆਂ ਦੀ ਵਡਿਆਈ ਜਿਹੜੀ ਨਾ ਹਰੇਕ ਵੱਡੇ ਪਿੰਡ ਦੇ ਵਿੱਚ, ਹਰੇਕ ਛੋਟੇ ਪਿੰਡ ਸ਼ਹਿਰਾਂ ਵਿੱਚ ਜਾ ਕੇ ਇਸ ਤਰ੍ਹਾਂ ਫੈਲ ਗਈ ਹੈ। ਕੀਰਤ ਕਰਤ ਹਰਖ ਧਰ ਉਰਮੈ। ਜਿਹੜੀਆਂ ਸੰਗਤਾਂ ਨੇ ਆਈਆਂ ਵਿਆਹ ਤੋਂ ਦੂਰੋਂ ਚੱਲ ਕੇ ਆਈਆਂ, ਐਸੀ ਵਡਿਆਈ ਦੇ ਬਚਨ ਨਾਲ ਲੈ ਕੇ ਆਪੋ ਆਪਣੇ ਨਗਰਾਂ ਨੂੰ ਚਲੇ ਗਈਆਂ ਹਨ। ਦੇ ਕਰ ਦਰਬ ਸਰਬ ਬੇਦੀ ਨੇ। ਇਸੇ ਤਰ੍ਹਾਂ ਜਿਹੜੇ ਬੇਦੀ ਆਏ ਸਨ, ਬੇਦੀ ਕੁਲ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਬੜੀ ਸਤਿਕਾਰਯੋਗ ਕੁਲ ਹੈ, ਜਿਸ ਕੁਲ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਅਵਤਾਰ ਲਿਆ ਹੈ। ਕਹਿਣ ਲੱਗੇ ਇੰਨੇ ਚਿਰ ਨੂੰ ਬੇਦੀ ਚੱਲ ਕੇ ਆ ਗਿਆ। ਮਹਾਰਾਜ ਨੂੰ ਬੇਨਤੀ ਕੀਤੀ, ਸਤਿਗੁਰੂ ਵਿਆਹ ਕਾਰਜ ਪੂਰਾ ਹੋਇਆ, ਆਪ ਜੀ ਆਗਿਆ ਦਿਓ ਤੇ ਅਸੀਂ ਜਾਈਏ। ਸਤਿਗੁਰਾਂ ਦੇ ਅੱਗੇ ਇਹਨਾਂ ਨੇ ਭੇਟਾ ਲਿਆ ਕੇ ਰੱਖੀ ਹੈ, ਕੁਝ ਮਾਇਆ ਲਿਆ ਕੇ ਰੱਖੀ। ਸੋ ਇਸ ਤਰ੍ਹਾਂ ਬੇਦੀ ਆਏ ਚੱਲ ਕੇ ਮਹਾਰਾਜ ਦੇ ਕੋਲੋਂ ਵਧਾਈਗੀ ਲੈਣ ਵਾਸਤੇ। ਬਿਨਾ ਕਰੇ ਪਗ ਮਗ ਮੈਂ ਦੀਨ। ਤੇ ਉਸ ਵੇਲੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਭਾਈ ਤੁਹਾਡੀ ਮਾਇਆ ਤੁਹਾਡਾ ਧਨ ਪ੍ਰਵਾਨ ਹੋਇਆ, ਪਰ ਤੁਸੀਂ ਐਸੀਆਂ ਭੇਟਾਂ ਨਾ ਦਿਓ। ਤੁਸੀਂ ਗੁਰੂ ਸੁਪੁੱਤਰ ਹੋ, ਗੁਰੂ ਪਰਿਵਾਰ ਵਿੱਚੋਂ ਹੋ, ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਤੁਸੀਂ ਔਲਾਦ ਹੋ, ਉਹਨਾਂ ਦੀ ਅੰਸ਼ ਬੰਸ ਪੀੜ੍ਹੀ ਵਿੱਚੋਂ ਹੋ। ਸੋ ਐਸੇ ਬਚਨ ਕਰਕੇ ਮਹਾਰਾਜ ਨੇ ਬੜਾ ਨਿਵਾਜਿਆ। ਸਤਿਗੁਰਾਂ ਨੇ ਸਿਰੋਂ ਪਾਉ ਦੇ ਕੇ ਸਤਿਕਾਰ ਕੀਤਾ। ਅਤੇ ਫਿਰ ਮਹਾਰਾਜ ਜੀਆਂ ਨੇ ਆਪਣੇ ਸੂਰਮਿਆਂ ਨੂੰ ਆਖਿਆ, ਚਲੋ ਭਾਈ ਇਹਨਾਂ ਦਾ ਸਮਾਨ ਜਿਹੜਾ ਉਹ ਗੱਡਿਆਂ ਦੇ ਉੱਪਰ ਲੱਦ ਦਿਓ, ਇਹਨਾਂ ਦੇ ਜਾਣ ਦੀ ਤਿਆਰੀ ਕਰੋ। ਇਸ ਤਰ੍ਹਾਂ ਬੇਦੀ ਜਿਹੜੇ ਨੇ ਆਗਿਆ ਲੈ ਕੇ ਚੱਲੇ ਹਨ। ਸ਼੍ਰੀ ਅੰਗਦ ਕੁਲ ਕੇ ਜੇ। ਫਿਰ ਗੁਰੂ ਅੰਗਦ ਦੇਵ ਮਹਾਰਾਜ ਦੀ ਕੁਲ ਤ੍ਰਿਹਨ ਕੁਲ ਉਹ ਅੱਗੇ ਆ ਗਿਆ। ਕਹਿਣ ਲੱਗੇ, ਮਹਾਰਾਜ ਹੁਣ ਸਾਨੂੰ ਵੀ ਆਗਿਆ ਦਿਓ, ਅਸੀਂ ਵੀ ਚੱਲੀਏ। ਇਹ ਵੀ ਆਗਿਆ ਲੈਣ ਵਾਸਤੇ ਆਏ। ਜਥਾ ਜੋਗ ਲੈ ਗਮਨੇ ਤੇ। ਸਤਿਗੁਰਾਂ ਨੇ ਉਹਨਾਂ ਦਾ ਵੀ ਬੜਾ ਸਤਿਕਾਰ ਕੀਤਾ। ਗੁਰੂ ਅੰਗਦ ਸਾਹਿਬ ਦਾ ਪਰਿਵਾਰ ਜਾਣ ਕੇ, ਪੁੱਤ ਪੋਤਰੇ ਪੜੋਤਰੇ ਜਾਣ ਕੇ ਮਹਾਰਾਜ ਨੇ ਬੜਾ ਮਾਣ ਬਖਸ਼ਿਆ। ਸ਼੍ਰੀ ਗੁਰੂ ਅਮਰਦਾਸ ਕੀ ਅੰਸ਼। ਇੰਨੇ ਚਿਰ ਨੂੰ ਫਿਰ ਧੰਨ ਗੁਰੂ ਅਮਰਦਾਸ ਮਹਾਰਾਜ ਦਾ ਪਰਿਵਾਰ ਗੋਇੰਦਵਾਲ ਤੋਂ ਗਿਆ ਹੋਇਆ ਸੀਗਾ, ਇਹ ਵੀ ਚੱਲ ਕੇ ਆ ਗਏ। ਮਹਾਰਾਜ ਨੇ ਇਹਨਾਂ ਨੂੰ ਵੀ ਮਾਣ ਸਨਮਾਨ ਦਿੱਤਾ ਹੈ। ਉਜਲ ਮਤ ਜਨ ਹੋਏ ਜਿਮ ਹੰਸ। ਤੇ ਕਹਿਣ ਲੱਗੇ, ਬੜੀ ਉਜਲ ਮਤ ਵਾਲੇ ਇਹ ਗੁਰੂ ਕੇ ਸਿੱਖ ਹਨ। ਸਾਦਰ ਦੇਤ ਵਿਸਰਜਨ ਕੀਨੇ। ਸਤਿਗੁਰਾਂ ਨੇ ਸਾਰਿਆਂ ਨੂੰ ਹੀ ਭਾਈ